ਕੀ ਪੰਜਾਬ ਸਰਕਾਰ ਦਾ ਇਹ ਫੈਸਲਾ ਰਾਜਪਾਲ ਦੇ ਥਾਂ ਤੇ ਮੁੱਖ ਮੰਤਰੀ ਨੂੰ ਚਾਂਸਲਰ ਬਣਾਉਣਾ, ਕੁਲਪਤੀ ਬਣਾਉਣਾ ਸਹੀ ਹੈ? ਸੰਧੂ ਸਾਹਿਬ, ਮੈਂ ਸਮਝਦਾ ਵੀ ਜਿਹੜੀ ਵੀਸੀ ਦੀਆਂ ਨਿਯੁਕਤੀਆਂ ਨਾ, ਇਹ ਚਾਹੇ ਰਾਜਪਾਲ ਨੂੰ ਲਾ ਦੇਣਾ ਚਾਹੇ ਮੁੱਖ ਮੰਤਰੀ ਨੂੰ ਲਾ ਦੇਣਾ, ਮੈਂ ਤਾਂ ਨਾ ਇਹ ਦੋਵੇਂ ਅਹੁਦਿਆਂ ਕੋਲ ਨਹੀਂ ਚਾਹੀਦੀ। ਅੱਛਾ, ਇਹਦੀ ਕੋਈ ਵੱਖਰੀ ਇੰਡੀਪੈਂਡੈਂਸ ਬੋਡੀ ਚਾਹੀਦੀ ਹੈ, ਜਿਹੜੇ ਉਹਦੇ ਮਾਪਦੰਡ ਚਾਹੀਦੇ ਆ, ਚਾਂਸਲਰ ਲਾਉਣ ਤੇ ਵੀਸੀ ਲਾਉਣ। ਕੀ ਇਹਦੇ ਨਾਲ ਸਿਆਸੀ ਦਖਲਅੰਦਾਜ਼ੀ ਯੂਨੀਵਰਸਿਟੀਆਂ ਦੇ ਵਿੱਚ ਹੋਰ ਵੱਧ ਸਕਦੀ ਹੈ? ਮੰਨ ਲਓ ਵੀਸੀ ਦੀ ਬਹੁਤ ਵੱਡੀ ਪਦਵੀ ਹੁੰਦੀ ਹੈ ਯੂਨੀਵਰਸਿਟੀ ਦੇ। ਹੁਣ ਕੋਈ ਵੀ ਰਾਜਪਾਲ ਕੇਂਦਰ ਕਿਸੇ ਨੂੰ ਰਾਜਪਾਲ ਲਾ ਦੂਗੀ ਆਪਦੇ ਲੀਡਰ ਨੂੰ, ਉਹਦੀ ਕੁਆਲੀਫਿਕੇਸ਼ਨ ਕੀ ਆ ਕੋਈ ਪਤਾ ਨਹੀਂ। ਹੁਣ ਮੁੱਖ ਮੰਤਰੀ ਸਾਹਿਬ ਨੇ ਆਪਣੇ ਲੋਕਾਂ ਨੇ ਚੁਣਦੇ ਨੇ, ਮੇਰੇ ਹਿਸਾਬ ਨਾਲ ਉਹਨਾਂ ਦੀ ਕੁਆਲੀਫਿਕੇਸ਼ਨ ਇੱਕ BA ਆ ਜੀ। BA ਨਹੀਂ ਜੀ, 12ਵੀਂ ਆ। ਜੇ ਕੱਲ ਨੂੰ ਮਤਲਬ ਡੈਮੋਕ੍ਰੈਟਿਕ ਸਿਸਟਮ ਨਾਲ ਕੋਈ 10ਵੀਂ ਵਾਲਾ ਹੀ ਬੰਦਾ ਉੱਠ ਕੇ ਮੁੱਖ ਮੰਤਰੀ ਬਣ ਜੂ, ਨਹੀਂ 10ਵੀਂ ਨਹੀਂ 5ਵੀਂ ਵਾਲਾ ਵੀ ਬਣ ਸਕਦਾ ਨਾ, ਤੇ ਫਿਰ ਦੱਸੋ ਵੀਸੀ ਲੱਗ ਜੂਗਾ। ਹੁਣ ਜੋ ਪੰਜਾਬ ਸਰਕਾਰ ਨੇ ਸੋਧ ਕੀਤੀ ਆ ਉਹਦੇ ਮੁਤਾਬਕ ਮੁੱਖ ਮੰਤਰੀ ਭਾਵੇਂ ਉਹ ਅਨਪੜ੍ਹ ਆ, ਭਾਵੇਂ 5ਵੀਂ ਪਾਸ ਆ, ਭਾਵੇਂ 12ਵੀਂ ਪਾਸ ਆ, ਭਾਵੇਂ MA ਆ, ਉਹ ਲੱਗ ਸਕਦਾ ਵਾ ਚਾਂਸਲਰ। ਜਿਹੜਾ ਮੁੱਖ ਮੰਤਰੀ ਆ ਗਿਆ ਉਹ ਚਾਂਸਲਰ ਹੋਊਗਾ ਜੀ। ਤੇ ਉਹਨੂੰ ਚਾਂਸਲਰ ਨੂੰ, ਉਹਨੂੰ ਮੇਰੇ ਵਰਗੇ ਨੂੰ ਜਾਂ ਥੋੜੇ ਪੜ੍ਹੇ ਨੂੰ ਤਾਂ ਯੂਨੀਵਰਸਿਟੀ ਦੀ ਪਰਿਭਾਸ਼ਾ ਹੀ ਨਹੀਂ ਪਤਾ ਕਿ ਯੂਨੀਵਰਸਿਟੀ ਹੁੰਦੀ ਕੀ ਆ, ਇੱਥੇ ਕਾਹਦੀ ਪੜ੍ਹਾਈ ਹੁੰਦੀ ਆ, ਕਾਹਦੀ ਨਹੀਂ ਹੁੰਦੀ, ਫਿਰ ਉਹ ਕਿੱਦਾਂ ਦੀ ਯੂਨੀਵਰਸਿਟੀ ਚਲਾਊਗਾ, ਕਿੱਦਾਂ ਦਾ ਕੰਮ ਹੈਂਡਲ ਕਰੂਗਾ। ਮੈਂ ਤਾਂ ਸਮਝਦਾ ਦੋ ਅਹੁਦਿਆਂ ਨੂੰ ਪਾਸੇ ਹਟਾ ਕੇ ਯੂਨੀਵਰਸਿਟੀਆਂ ਵਾਸਤੇ ਕੋਈ ਇੰਡੀਪੈਂਡੈਂਸ ਬੋਡੀ ਚਾਹੀਦੀ ਆ, ਕੁਆਲੀਫਿਕੇਸ਼ਨ ਦੇ ਆਧਾਰ ਦੇ ਉੱਤੇ ਚਾਂਸਲਰ ਲੱਗੇ। ਯੂਨੀਵਰਸਿਟੀਆਂ ਨੂੰ ਜ਼ਰੂਰ ਚੰਗੀ ਮੇਰੇ ਖਿਆਲ ਮਾਹੌਲ ਦੇਣਾ ਪਊਗਾ ਤਾਂ ਕਿ ਲੋਕਾਂ ਬੱਚਿਆਂ ਦਾ ਜਿਹੜੇ ਪੜ੍ਹ ਸਕਦੇ ਆ ਉਹਨਾਂ ਦਾ ਇੱਥੇ ਮਾਹੌਲ ਰਵੇ, ਤੇ ਨਹੀਂ ਤਾਂ ਫਿਰ ਇੱਥੇ ਕਲਰਕ ਹੀ ਪੈਦਾ ਹੁੰਦੇ ਰਹਿਣਗੇ ਤੇ ਕਦੋਂ ਆਪਾਂ ਫਿਰ ਵਿਕਾਸ ਕਰਨੀ ਤੁਰਾਂਗੇ। ਇਹ ਲੋੜ ਹੈ ਵੈਸੇ ਐਜੂਕੇਸ਼ਨ ਦੇ ਮਸਲੇ ਤੇ ਬਿਲਕੁਲ ਹੀ ਸੰਜੀਦਗੀ ਲੋੜ ਹੈ। ਮੈਂ ਤਾਂ ਇੰਨਾ ਹੀ ਕਹੂੰਗਾ। ਕੀ ਲੱਗਦਾ ਵਾ ਕਿ ਇਹਦੇ ਨਾਲ ਯੂਨੀਵਰਸਿਟੀਆਂ ਦੀ ਜਿਹੜੀ ਫੰਕਸ਼ਨਿੰਗ ਆ, ਕਾਰਗੁਜ਼ਾਰੀ ਆ, ਕੰਮਕਾਜ ਆ, ਉਹ ਹੋਰ ਬਿਹਤਰ ਹੋਵੇਗਾ? ਜਦੋਂ ਆਪਾਂ ਅਨਇਲੈਕਟਡ ਬੰਦੇ ਨੂੰ ਪਾਵਰ ਦਿੰਦੇ ਆ, ਉਹ ਪਾਵਰ ਸਾਰੀ ਸੈਂਟਰਲਾਈਜ਼ ਹੁੰਦੀ ਆ। ਜਿਹੜੇ ਲੋਕਲ ਲੋਕ ਰਹਿਣ ਵਾਲੇ ਉਹਦੇ ਨਾਲ ਕੋਈ ਸੇ ਨਹੀਂ ਉਹਦੇ ਵਿੱਚ। ਸ਼ੋਰ ਇਹ ਜਿਹੜੇ 2 ਜਾਂ 3-4 ਬਿੱਲ ਪਾਸ ਕੱਲ ਕੀਤੇ ਗਏ ਨੇ, ਇਹ ਹੁਣ ਗਵਰਨਰ ਕੋਲ ਜਾਣਗੇ ਉਹਨਾਂ ਦੀ ਸਹਿਮਤੀ ਵਾਸਤੇ। ਦੇਖਣਾ ਇਹ ਹੋਊਗਾ ਕਿ ਗਵਰਨਰ ਇਹਨਾਂ ਬਿੱਲਾਂ ਨੂੰ ਸਹਿਮਤੀ ਦਿੰਦੇ ਹਨ ਕਿ ਨਹੀਂ। ਪੰਜਾਬ ਦੇ ਰਾਜਪਾਲ ਹਰ ਗਵਰਨਰ ਕੋਲ 3 ਆਪਸ਼ਨਸ ਹੁੰਦੀਆਂ ਨੇ। ਜਦੋਂ ਉਹਨਾਂ ਕੋਲ ਕੋਈ ਬਿੱਲ ਆਉਂਦਾ ਵਾ ਸਹਿਮਤੀ ਵਾਸਤੇ, ਅਸੈਂਬਲੀ ਪਾਸ ਕਰਦੀ ਹੈ ਬਿੱਲ, ਫਿਰ ਗਵਰਨਰ ਕੋਲ ਜਾਂਦਾ ਵਾ, ਤੇ ਰਾਜਪਾਲ ਜਿਹੜਾ ਵਾ ਉਹ ਬਿੱਲ ਨੂੰ ਵਾਪਸ ਭੇਜ ਸਕਦੇ ਆ। ਜੇ ਉਹ ਬਿੱਲ ਵਾਪਸ ਭੇਜਦੇ ਆ ਔਰ ਉਹ ਬਿੱਲ ਫਿਰ ਪਾਸ ਹੋ ਜਾਂਦਾ, ਤੇ ਫਿਰ ਗਵਰਨਰ ਨੂੰ ਉਹਨੂੰ ਮਾਨਤਾ ਦੇਣੀ ਹੁੰਦੀ ਹੈ ਕਿ ਉਹ ਆਪਣੇ ਕੋਲ ਅਣਮਿੱਥੇ ਸਮੇਂ ਵਾਸਤੇ ਉਹ ਬਿੱਲ ਰੱਖ ਸਕਦੇ ਆ। ਦੇਖਿਆ ਗਿਆ ਵਾ ਕਿ ਕਈ ਰਾਜਪਾਲ 3-3, 4-4 ਸਾਲ ਬਿੱਲ ਆਪਣੇ ਕੋਲ ਰੱਖ ਸਕਦੇ ਆ। ਉਹਨਾਂ ਨੂੰ ਨਾ ਵਾਪਸ ਭੇਜਦੇ ਆ, ਨਾ ਉਹਨਾਂ ਨੂੰ ਸਹਿਮਤੀ ਦਿੰਦੇ ਆ, ਨਾ ਉਹਨਾਂ 'ਤੇ ਕੋਈ ਕਾਰਵਾਈ ਕਰਦੇ ਆ। ਇਹਦਾ ਮਤਲਬ ਆ ਕਿ ਬਿੱਲ ਉਹਨਾਂ ਕੋਲ ਪਏ ਨੇ ਔਰ ਉਹ ਬਿੱਲ ਉੱਥੇ ਹੀ ਠੰਡੇ ਬਸਤੇ 'ਚ ਪੈ ਰਹਿੰਦੇ। ਨਮਸਕਾਰ, ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕੰਵਰ ਸੰਧੂ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਮੰਗਲਵਾਰ ਦੀ ਸ਼ਾਮ, ਭਾਰਤ 'ਚ ਬੁੱਧਵਾਰ ਦੀ ਸਵੇਰ, ਨਾਨਕਸ਼ਾਹੀ ਸੰਮਤ 555, ਹਾੜ ਦੀ 7 ਤਰੀਕ ਹੈ ਔਰ ਤੁਸੀਂ ਦੇਖ ਰਹੇ ਜੇ ਤੁਹਾਡਾ ਆਪਣਾ ਸ਼ੋਅ ਹੈਲੋ ਗਲੋਬਲ ਪੰਜਾਬ। ਇਹ ਸ਼ੋਅ ਗਲੋਬਲ ਪੰਜਾਬ TV ਤੇ ਚੈਨਲ ਪੰਜਾਬੀ ਤੇ ਰੋਜ਼ ਵਾਂਗੂ ਅੱਜ ਵੀ ਲਾਈਵ ਆ। ਅਸੀਂ ਇਸ ਵੇਲੇ ਗਲੋਬਲ ਪੰਜਾਬ TV ਦੇ ਫੇਸਬੁੱਕ ਪੇਜ ਉੱਪਰ ਵੀ ਲਾਈਵ ਆ ਔਰ ਉਹਨੂੰ ਮੇਰੇ ਨਿੱਜੀ ਕੰਵਰ ਸੰਧੂ ਫੇਸਬੁੱਕ ਪੇਜ ਉੱਪਰ ਵੀ ਕ੍ਰਾਸ ਪੋਸਟ ਕੀਤਾ ਜਾ ਰਿਹਾ। OTT ਪਲੇਟਫਾਰਮ Jio TV ਤੇ ਡੇਲੀ ਹੰਟ ਉੱਪਰ ਵੀ ਇਸ ਸ਼ੋਅ ਨੂੰ ਤੁਸੀਂ ਐਕਸੈਸ ਕਰ ਸਕਦੇ ਜੇ, ਵੇਖ ਸਕਦੇ ਜੇ। ਔਰ ਤੁਸੀਂ ਜੇ ਆਪਣੇ ਕਮੈਂਟ ਛੱਡਨੇ ਹੋਣ ਤੇ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਗਲੋਬਲ ਪੰਜਾਬ TV ਦੇ ਫੇਸਬੁੱਕ ਪੇਜ ਤੇ ਆਪਣੇ ਕਮੈਂਟਸ ਪੋਸਟ ਕਰ ਸਕਦੇ ਜੇ। ਉਸ ਵਾਲ ਤੋਂ ਅਸੀਂ ਕਾਫੀ ਕਮੈਂਟਸ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਹਾਂ, ਕੁਝ ਅਸੀਂ ਤੁਹਾਡੇ TV ਸਕਰੀਨ ਤੇ ਦਿਖਾਉਂਦੇ ਵੀ ਹਾਂ। ਕਾਲ ਇਨ ਸ਼ੋਅ ਆ, ਸੋ ਕਾਲ ਕਰਨਾ ਹੋਵੇ ਤੇ 2 ਨੰਬਰਸ ਨੇ ਜਿਹੜੇ ਤੁਹਾਡੀ ਸਕਰੀਨ ਤੇ ਲਗਾਤਾਰ ਸ਼ੋਅ ਦੇ ਦੌਰਾਨ ਡਿਸਪਲੇ ਹੋਣਗੇ। ਇੱਕ ਇੰਡੀਆ ਦਾ ਨੰਬਰ ਆ, ਇੱਕ ਟੋਲ ਫ੍ਰੀ ਇੰਟਰਨੈਸ਼ਨਲ ਨੰਬਰ ਆ। ਅੱਜ ਆਪਾਂ ਗੱਲ ਕਰਾਂਗੇ 2 ਦਿਨਾਂ ਦੇ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਇਜਲਾਸ ਹੋ ਕੇ ਹਟਿਆ ਉਹਦੇ ਬਾਰੇ। ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਸੱਦਿਆ ਸੀ, 2-3 ਬਹੁਤ ਮਹੱਤਵਪੂਰਨ, ਬਹੁਤ ਅਹਿਮ ਬਿੱਲ ਜਿਹੜੇ ਨੇ ਉਹ ਪਾਸ ਕੀਤੇ ਗਏ। ਇੱਕ ਬਿੱਲ ਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਬਾਰੇ। ਇਸ ਮਸਲੇ ਉੱਪਰ ਆਪਾਂ ਕੱਲ੍ਹ ਇਸੇ ਸ਼ੋਅ ਦੇ ਵਿੱਚ ਗੱਲਬਾਤ ਕੀਤੀ ਹੈ, ਸੋ ਅੱਜ ਉਸ ਗੱਲਬਾਤ ਨੂੰ ਦੁਹਰਾਵਾਂਗੇ ਨਹੀਂ। ਦੂਸਰਾ ਬਿੱਲ ਜਿਹੜਾ ਪਾਸ ਹੋਇਆ ਵਾ ਉਹ ਹੈ ਪੰਜਾਬ ਦੀਆਂ ਕਰੀਬ 1 ਦਰਜਨ ਯੂਨੀਵਰਸਿਟੀਆਂ ਬਾਰੇ। ਹੁਣ ਤੱਕ ਇਹਨਾਂ ਯੂਨੀਵਰਸਿਟੀਆਂ ਦੇ ਜਿਹੜੇ ਕੁਲਪਤੀ ਸਨ, ਚਾਂਸਲਰ, ਉਹ ਸਨ ਗਵਰਨਰ, ਪਰ ਹੁਣ ਜੋ ਕੱਲ੍ਹ ਬਿੱਲ ਪਾਸ ਹੋਇਆ ਵਾ ਉਹਦੇ ਮੁਤਾਬਕ ਚਾਂਸਲਰ ਜਿਹੜੇ ਨੇ, ਕੁਲਪਤੀ ਇਹਨਾਂ ਯੂਨੀਵਰਸਿਟੀਆਂ ਦੇ, ਉਹ ਰਾਜਪਾਲ ਨਹੀਂ
पंजाब के मुख मंत्री होणगे। ये मसला ये बिल इस करके लिया गया क्योंकि उप कुलपति वाइस चांसलर्स की नियुक्ति नूं लैके सरकार और राजपाल दे विचकार काफ़ी महीनों तो एक लफड़ा चल रहा सी। कई नियुक्तियां उप कुलपति जिहड़े वाइस चांसलर ने उन्हां दीयां नियुक्तियां नूं लैके आपस दे विच काफ़ी सीरीयस मतभेद सन। अज आपां गल करांगे कि की पंजाब सरकार दा ये फैसला राजपाल दे थां ते मुख मंत्री नूं चांसलर बनाउणा, कुलपति बनाउणा सही है? की इहदे नाल सियासी दखलअंदाजी यूनिवर्सिटियां दे विच होर वध सकदी है, या की लगदा वा कि इहदे नाल यूनिवर्सिटियां दी जिहड़ी फंक्शनिंग आ, कारगुजारी आ, कामकाज आ, वो होर बेहतर होवेगा? इहदे बारे आपां अज गलबात करांगे। ये जिहड़े 2 या 3-4 बिल पास कल कीते गए ने, ये हुण गवर्नर कोल जाणगे उन्हां दी सहमति वास्ते। देखना यह होऊगा कि गवर्नर इन्हां बिल्लां नूं सहमति दिंदे हन कि नहीं। पंजाब दे राजपाल हर गवर्नर कोल 3 ऑप्शनस हुंदियां ने। ਜਦੋਂ ਉਹਨਾਂ ਕੋਲ ਕੋਈ ਬਿੱਲ ਆਉਂਦਾ ਵਾ ਸਹਿਮਤੀ ਵਾਸਤੇ, ਅਸੈਂਬਲੀ ਪਾਸ ਕਰਦੀ ਹੈ ਬਿੱਲ, ਫਿਰ ਗਵਰਨਰ ਕੋਲ ਜਾਂਦਾ ਵਾ ਤੇ ਰਾਜਪਾਲ ਜਿਹੜਾ ਵਾ ਉਹ ਬਿੱਲ ਨੂੰ ਵਾਪਸ ਭੇਜ ਸਕਦੇ ਆ। ਜੇ ਉਹ ਬਿੱਲ ਵਾਪਸ ਭੇਜਦੇ ਆ ਔਰ ਉਹ ਬਿੱਲ ਫਿਰ ਪਾਸ ਹੋ ਜਾਂਦਾ ਤੇ ਫਿਰ ਗਵਰਨਰ ਨੂੰ ਉਹਨੂੰ ਮਾਨਤਾ ਦੇਣੀ ਹੁੰਦੀ ਹੈ। ਦੂਸਰੀ ਆਪਸ਼ਨ ਗਵਰਨਰ ਕੋਲ ਹੈ ਕਿ ਉਹ ਆਪਣੇ ਕੋਲ ਅਣਮਿੱਥੇ ਸਮੇਂ ਵਾਸਤੇ ਉਹ ਬਿੱਲ ਰੱਖ ਸਕਦੇ ਆ। ਵੇਖਿਆ ਗਿਆ ਵਾ ਕਿ ਕਈ ਰਾਜਪਾਲ 3-3, 4-4 ਸਾਲ ਬਿੱਲ ਆਪਣੇ ਕੋਲ ਰੱਖ ਸਕਦੇ ਆ। ਉਹਨਾਂ ਨੂੰ ਨਾ ਵਾਪਸ ਭੇਜਦੇ ਆ, ਨਾ ਉਹਨਾਂ ਨੂੰ ਸਹਿਮਤੀ ਦਿੰਦੇ ਆ, ਨਾ ਉਹਨਾਂ 'ਤੇ ਕੋਈ ਕਾਰਵਾਈ ਕਰਦੇ ਆ। ਇਹਦਾ ਮਤਲਬ ਆ ਕਿ ਬਿੱਲ ਉਹਨਾਂ ਕੋਲ ਪਏ ਨੇ ਔਰ ਉਹ ਬਿੱਲ ਉੱਥੇ ਹੀ ਠੰਡੇ ਬਸਤੇ 'ਚ ਪੈ ਰਹਿੰਦੇ ਆ। ਤੀਸਰੀ ਆਪਸ਼ਨ ਰਾਜਪਾਲ ਕੋਲ ਹੁੰਦੀ ਆ ਕਿ ਉਹ ਇਹਨਾਂ ਬਿੱਲਸ ਨੂੰ ਰਾਸ਼ਟਰਪਤੀ ਨੂੰ, ਰਾਜਪਾਲ ਜਿਹੜਾ ਵਾ ਉਹ ਰਾਸ਼ਟਰਪਤੀ ਨੂੰ ਭੇਜ ਸਕਦਾ ਵਾ। ਹੁਣ ਰਾਸ਼ਟਰਪਤੀ ਕੀ ਫੈਸਲਾ ਲੈਂਦੇ ਆ, ਨਾਰਮਲੀ ਉਹ ਸਰਕਾਰ ਨੂੰ ਪੁੱਛ ਕੇ ਫੈਸਲਾ ਲੈਣਗੇ। ਸੋ ਇਹ 3-4 ਆਪਸ਼ਨਸ ਨੇ। ਦੇਖਦੇ ਹਾਂ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਿਹੜੀਆਂ ਆਪਸ਼ਨਸ ਨੂੰ ਐਕਸਪਲੋਰ ਕਰਦੇ ਆ, ਕਿਹੜੀ ਆਪਸ਼ਨ ਨੂੰ ਉਹ ਅਡਾਪਟ ਕਰਦੇ ਆ। ਜਿਹੜਾ ਕੱਲ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਬਾਰੇ ਫੈਸਲਾ ਲਿਆ ਗਿਆ ਕਿ ਹੁਣ ਚਾਂਸਲਰ ਰਾਜਪਾਲ ਨੇ ਮੁੱਖ ਮੰਤਰੀ ਹੋਣਗੇ, ਇਹਦੇ ਨਾਲ ਕਾਫੀ ਸਿੱਖਿਅਕ ਮਾਹਰਾਂ ਦਾ ਵਿਚਾਰ ਆ ਕਿ ਸਿਆਸੀ ਦਖਲਅੰਦਾਜ਼ੀ ਯੂਨੀਵਰਸਿਟੀਆਂ ਦੇ ਵਿੱਚ ਹੋਰ ਵੱਧ ਸਕਦੀ ਹੈ, ਨਿਯੁਕਤੀਆਂ ਦੇ ਵਿੱਚ ਵੱਧ ਸਕਦੀ ਹੈ। ਸਰਕਾਰ ਆਪਣੇ ਬੰਦੇ ਪ੍ਰੋਫੈਸਰ ਹੋਰ ਟੀਚਿੰਗ ਫੈਕਲਟੀਜ਼ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰੂਗੀ। ਕੀ ਇਹ ਵਾਕਈ ਹੋਵੇਗਾ ਜਾਂ ਹੋਰ ਜਿਹੜੀ ਫੰਕਸ਼ਨਿੰਗ ਆ ਉਹ ਬਿਹਤਰ ਹੋਵੇਗੀ? ਜਿਹੜਾ ਕੱਲ ਬਿੱਲ ਲਿਆਂਦਾ ਗਿਆ, ਇਹ ਬਿੱਲ ਜਿਹੜਾ ਵਾ ਇਹ ਕੁਝ ਪੰਜਾਬ ਪਹਿਲਾ ਰਾਜ ਨਹੀਂ, ਇਸ ਤਰ੍ਹਾਂ ਦੀ ਕੋਸ਼ਿਸ਼ ਹੋਰ ਵੀ ਰਾਜਾਂ ਵੱਲੋਂ ਕੀਤੀ ਗਈ ਆ। ਵੈਸਟ ਬੰਗਾਲ ਮਮਤਾ ਬੈਨਰਜੀ ਨੇ ਉੱਥੇ, ਜਿਸ ਵੇਲੇ ਜਗਦੀਪ ਧਨਕਰ ਉੱਥੇ ਗਵਰਨਰ ਸਨ, ਉਸ ਵੇਲੇ ਇਸ ਤਰ੍ਹਾਂ ਦਾ ਇਹ ਬਿੱਲ ਲਿਆਂਦਾ ਸੀ। ਲੇਕਿਨ ਮੈਨੂੰ ਨਹੀਂ ਪਤਾ ਵੀ ਉਹਨੂੰ ਨਵੇਂ ਰਾਜਪਾਲ ਨੇ ਮਾਨਤਾ ਦਿੱਤੀ ਕਿ ਨਹੀਂ ਦਿੱਤੀ। ਮੇਰੇ ਖਿਆਲ ਹਾਲੀ ਵੀ ਸ਼ਾਇਦ ਉੱਥੇ ਪੈਂਡਿੰਗ ਹੀ ਹੈ। ਇਸੇ ਤਰ੍ਹਾਂ ਕੇਰਲਾ, ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਉੱਥੋਂ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨਾਲ ਕਾਫੀ ਲਫੜਾ ਚੱਲਦਾ ਰਿਹਾ। ਉੱਥੇ ਵੀ ਇਸ ਤਰ੍ਹਾਂ ਦਾ ਬਿੱਲ ਲਿਆਂਦਾ ਗਿਆ। ਤਾਮਿਲਨਾਡੂ 'ਚ ਇਸ ਤਰ੍ਹਾਂ ਦਾ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ। ਤਾਮਿਲਨਾਡੂ ਦੇ ਵਿੱਚ ਹੁਣ ਉੱਥੇ ਗਵਰਨਰ ਨੇ ਐਨ ਰਵੀ, ਇਸ ਤੋਂ ਪਹਿਲਾਂ ਬਨਵਾਰੀ ਲਾਲ ਪੁਰੋਹਿਤ ਉੱਥੇ ਗਵਰਨਰ ਰਹੇ ਨੇ। ਇਹਨਾਂ ਦਾ ਵੀ ਉੱਥੋਂ ਦੀ ਸਰਕਾਰ ਦੇ ਨਾਲ ਕਾਫੀ ਰੌਲਾ ਰਿਹਾ ਸੀ। ਸੋ ਜਿਹੜਾ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਵਾ, ਇਹਦਾ ਕਿੰਨਾ ਕੁ ਫਾਇਦਾ ਹੋਊ, ਕਿੰਨਾ ਕੁ ਨੁਕਸਾਨ ਹੋਊ, ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ। ਪੰਜਾਬ ਦੇ ਵਿੱਚ 3-4 ਨਿਯੁਕਤੀਆਂ ਨੂੰ ਲੈ ਕੇ ਪਿਛਲੇ ਕਰੀਬ 1 ਸਾਲ ਤੋਂ ਰੇੜਕਾ ਚੱਲਦਾ ਆ ਰਿਹਾ ਸੀ। ਸਭ ਤੋਂ ਪਹਿਲਾਂ ਜਦੋਂ ਚੇਤਨ ਸਿੰਘ ਜੌੜਾ ਮਾਜਰਾ ਪਹਿਲੇ ਸਿਹਤ ਮੰਤਰੀ ਜਿਹੜੇ ਸਨ, ਉਹ ਫਰੀਦਕੋਟ ਗਏ, ਉਹਨਾਂ ਨੇ ਉੱਥੇ ਫਰੀਦਕੋਟ ਦੇ ਵਾਈਸ ਚਾਂਸਲਰ ਨੂੰ ਇੱਕ ਤਰੀਕੇ ਨਾਲ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ, ਡਾਕਟਰ ਰਾਜ ਬਹਾਦਰ ਨੂੰ। ਉਹ ਅਸਤੀਫਾ ਉਹਨਾਂ ਨੇ ਦੇ ਦਿੱਤਾ। ਫਿਰ ਸਰਕਾਰ ਨੇ ਡਾਕਟਰ ਗੁਰਪ੍ਰੀਤ ਵਾਂਡਰ ਨੂੰ ਵਾਈਸ ਚਾਂਸਲਰ ਲਾਇਆ, ਲੇਕਿਨ ਗਵਰਨਰ ਨੇ ਉਹਦੀ ਸਹਿਮਤੀ ਨਹੀਂ ਦਿੱਤੀ। ਉਸ ਤੋਂ ਬਾਅਦ ਹੁਣ ਨਵੇਂ ਵਾਈਸ ਚਾਂਸਲਰ ਉੱਥੇ ਡਾਕਟਰ ਰਾਜੀਵ ਸੂਦ ਨੂੰ ਲਾਇਆ ਗਿਆ ਵਾ। ਉਹਨਾਂ ਦੇ ਉੱਪਰ ਵੀ ਇੱਕ ਵਿਵਾਦ ਆ, ਉਹਦੇ ਬਾਰੇ ਮੈਂ ਬਾਅਦ 'ਚ ਗੱਲ ਕਰੂੰਗਾ। ਦੂਸਰਾ ਵਿਵਾਦ ਜਿਹੜਾ ਚੱਲਿਆ ਸੀ ਉਹ PAU ਲੁਧਿਆਣਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਉੱਪਰ ਸੀ। ਸਤਵੀਰ ਸਿੰਘ ਗੋਸਲ, ਡਾਕਟਰ ਸਤਵੀਰ ਸਿੰਘ ਗੋਸਲ ਨੂੰ ਵਾਈਸ ਚਾਂਸਲਰ ਲਾਇਆ ਗਿਆ, ਲੇਕਿਨ ਉਹ ਨਿਯੁਕਤੀ ਜਿਹੜੀ ਸੀ ਗਵਰਨਰ ਦੇ ਨੋਟਿਸ 'ਚ ਨਹੀਂ ਆਈ। ਜਦੋਂ ਨੋਟਿਸ 'ਚ ਆਈ ਤਾਂ ਉਹਨਾਂ ਨੇ ਉੱਤੇ ਇਤਰਾਜ਼ ਕੀਤਾ, ਲੇਕਿਨ ਪੰਜਾਬ ਸਰਕਾਰ ਮੰਨੀ ਨਹੀਂ। ਅੱਜ ਵੀ ਡਾਕਟਰ ਸਤਵੀਰ ਸਿੰਘ ਗੋਸਲ ਬਤੌਰ ਵਾਈਸ ਚਾਂਸਲਰ ਕੰਮ ਕਰ ਰਹੇ ਨੇ। ਹੁਣੇ ਬਾਬਾ ਫਰੀਦ ਯੂਨੀਵਰਸਿਟੀ ਤੋਂ ਇਲਾਵਾ ਜਿੱਥੇ ਡਾਕਟਰ ਰਾਜੀਵ ਸੂਦ ਨੂੰ ਲਾਇਆ ਗਿਆ ਵਾ, ਡਾਕਟਰ ਸੁਸ਼ੀਲ ਮਿੱਤਲ ਨੂੰ ਇੰਦਰ ਕੁਮਾਰ ਗੁਜਰਾਲ ਟੈਕਨੀਕਲ ਯੂਨੀਵਰਸਿਟੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵਿੱਚ ਬਤੌਰ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਵਾ। ਕਿਹਾ ਜਾਂਦਾ ਵਾ ਕਿ ਇਹਦੇ 'ਚ ਵੀ ਸਿਲੈਕਸ਼ਨ ਕਮੇਟੀ ਨੇ 3 ਨਾਂ ਭੇਜੇ ਸਨ, 3 'ਚੋਂ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਔਰ ਉਹ ਸ਼ਾਇਦ RSS ਦੇ ਨੇੜੇ ਨੇ, ਇਹ ਮੰਨਿਆ ਜਾਂਦਾ ਵਾ। ਡਾਕਟਰ ਰਾਜੀਵ ਸੂਦ ਵੇਲੇ ਵੀ 5 ਨਾਂ ਭੇਜੇ ਗਏ ਸੀ, ਲੇਕਿਨ 5 'ਚੋਂ ਡਾਕਟਰ ਰਾਜੀਵ ਸੂਦ ਨੂੰ ਸਿਲੈਕਟ ਕੀਤਾ ਗਿਆ।
ਔਰ ਉਹਨਾਂ ਬਾਰੇ ਆਲੋਚਨਾ ਇਹ ਹੋ ਰਹੀ ਹੈ ਵੀ ਜ਼ਿਆਦਾ ਟਾਈਮ ਉਹਨਾਂ ਦਿੱਲੀ ਲਾਇਆ, ਪੰਜਾਬ ਦੇ ਜਿਹੜੇ ਡਾਕਟਰ ਸਨ ਉਹਨਾਂ ਨੂੰ ਕਿਉਂ ਨਹੀਂ ਨਿਯੁਕਤ ਕੀਤਾ ਗਿਆ। ਖੈਰ ਇਹਦੇ ਬਾਰੇ ਡਿਫਰੈਂਟ ਵਿਊਜ਼ ਹੋ ਸਕਦੇ ਆ। ਸੋ ਅੱਜ ਆਪਾਂ ਫਿਰ ਉਸ ਗੱਲ 'ਤੇ ਆਉਂਦੇ ਹਾਂ। ਬੇਸਿਕ ਮਸਲਾ ਵਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਚਾਂਸਲਰਸ਼ਿਪ ਜਿਹੜੇ ਆ ਉਹ ਗਵਰਨਰ ਦੇ ਥਾਂ 'ਤੇ ਮੁੱਖ ਮੰਤਰੀ ਨੂੰ ਬਣਾਉਣਾ, ਚਾਂਸਲਰ ਲਾਉਣਾ ਕੀ ਸਹੀ ਆ? ਵਿਲ ਟੇਕ ਦੀ ਫਸਟ ਕਾਲ। ਦੇਖਦੇ ਪਹਿਲੇ ਕਾਲ ਕੀ ਕਹਿਣਾ ਚਾਹੁੰਦੇ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਡਾਕਟਰ ਜੀ ਸੰਧੂ ਜੀ। ਸੰਧੂ ਸਾਹਿਬ ਮੈਂ ਸਮਝਦਾ ਵੀ ਜਿਹੜੀ ਵੀਸੀ ਦੀਆਂ ਨਿਯੁਕਤੀਆਂ ਨਾ ਇਹ ਚਾਹੇ ਰਾਜਪਾਲ ਨੂੰ ਲਾ ਦੇਣਾ ਚਾਹੇ ਮੁੱਖ ਮੰਤਰੀ ਨੂੰ ਲਾ ਦੇਣ, ਮੈਂ ਤਾਂ ਨਾ ਇਹ ਦੋਵੇਂ ਅਹੁਦਿਆਂ ਕੋਲ ਨਹੀਂ ਚਾਹੀਦੀ। ਅੱਛਾ, ਇਹਦੀ ਕੋਈ ਵੱਖਰੀ ਇੰਡੀਪੈਂਡੈਂਸ ਬੋਡੀ ਚਾਹੀਦੀ ਹੈ, ਜਿਹੜੇ ਉਹਦੇ ਮਾਪਦੰਡ ਚਾਹੀਦੇ ਆ ਚਾਂਸਲਰ ਲਾਉਣ ਦੇ, ਵੀਸੀ ਲਾਉਣ। ਹੁਣ ਮੰਨ ਲਓ ਵੀਸੀ ਦੀ ਬਹੁਤ ਵੱਡੀ ਪਦਵੀ ਹੁੰਦੀ ਹੈ ਯੂਨੀਵਰਸਿਟੀ ਦੀ। ਹੁਣ ਕੋਈ ਵੀ ਰਾਜਪਾਲ ਕੇਂਦਰ ਕਿਸੇ ਨੂੰ ਰਾਜਪਾਲ ਲਾ ਦੂਗੀ ਆਪਦੇ ਲੀਡਰ ਨੂੰ, ਉਹਦੀ ਕੁਆਲੀਫਿਕੇਸ਼ਨ ਕੀ ਆ ਕੋਈ ਪਤਾ ਨਹੀਂ। ਹੁਣ ਮੁੱਖ ਮੰਤਰੀ ਸਾਹਿਬ ਨੇ ਆਪਣੇ ਲੋਕਾਂ ਨੇ ਚੁਣਤੇ ਨੇ, ਮੇਰੇ ਹਿਸਾਬ ਨਾਲ ਉਹਨਾਂ ਦੀ ਕੁਆਲੀਫਿਕੇਸ਼ਨ ਇੱਕ BA ਆ ਜੀ। BA ਨਹੀਂ ਜੀ, 12ਵੀਂ ਆ। ਜੇ ਕੱਲ ਨੂੰ ਮਤਲਬ ਡੈਮੋਕ੍ਰੈਟਿਕ ਸਿਸਟਮ ਨਾਲ ਕੋਈ 10ਵੀਂ ਵਾਲਾ ਹੀ ਬੰਦਾ ਉੱਠ ਕੇ ਮੁੱਖ ਮੰਤਰੀ ਬਣ ਜੂ, ਨਹੀਂ 10ਵੀਂ ਨਹੀਂ 5ਵੀਂ ਵਾਲਾ ਵੀ ਬਣ ਸਕਦਾ ਨਾ, ਤੇ ਫਿਰ ਦੱਸੋ ਵੀਸੀ ਲੱਗ ਜੂਗਾ? ਨਹੀਂ ਉਹ ਚਾਂਸਲਰ ਹੁਣ ਜੋ ਪੰਜਾਬ ਸਰਕਾਰ ਨੇ ਸੋਧ ਕੀਤੀ ਆ ਉਹਦੇ ਮੁਤਾਬਕ ਮੁੱਖ ਮੰਤਰੀ ਭਾਵੇਂ ਉਹ ਅਨਪੜ੍ਹ ਆ, ਭਾਵੇਂ 5ਵੀਂ ਪਾਸ ਆ, ਭਾਵੇਂ 12ਵੀਂ ਪਾਸ ਆ, ਭਾਵੇਂ MA ਆ, ਉਹ ਲੱਗ ਸਕਦਾ ਵਾ ਚਾਂਸਲਰ। ਜਿਹੜਾ ਮੁੱਖ ਮੰਤਰੀ ਆ ਗਿਆ ਉਹ ਚਾਂਸਲਰ ਹੋਊਗਾ ਜੀ। ਤੇ ਉਹਨੂੰ ਚਾਂਸਲਰ ਨੂੰ ਉਹਨੂੰ ਮੇਰੇ ਵਰਗੇ ਨੂੰ ਜਾਂ ਜੇ ਥੋੜੇ ਪੜ੍ਹੇ ਨੂੰ ਤਾਂ ਯੂਨੀਵਰਸਿਟੀ ਦੀ ਪਰਿਭਾਸ਼ਾ ਹੀ ਨਹੀਂ ਪਤਾ ਕਿ ਯੂਨੀਵਰਸਿਟੀ ਹੁੰਦੀ ਕੀ ਆ, ਇੱਥੇ ਕਾਹਦੀ ਪੜ੍ਹਾਈ ਹੁੰਦੀ ਆ ਕਾਹਦੀ ਨਹੀਂ ਹੁੰਦੀ, ਫਿਰ ਉਹ ਕਿੱਦਾਂ ਦੀ ਯੂਨੀਵਰਸਿਟੀ ਚਲਾਊਗਾ, ਕਿੱਦਾਂ ਦਾ ਕੰਮ ਹੈਂਡਲ ਕਰੂਗਾ। ਮੈਂ ਤਾਂ ਸਮਝਦਾ ਦੋ ਅਹੁਦਿਆਂ ਨੂੰ ਪਾਸੇ ਹਟਾ ਕੇ ਯੂਨੀਵਰਸਿਟੀਆਂ ਵਾਸਤੇ ਕੋਈ ਇੰਡੀਪੈਂਡੈਂਸ ਬੋਡੀ ਚਾਹੀਦੀ ਆ, ਕੁਆਲੀਫਿਕੇਸ਼ਨ ਦੇ ਆਧਾਰ ਦੇ ਉੱਤੇ ਚਾਂਸਲਰ ਲੱਗਣੇ ਚਾਹੀਦੇ। ਬਹੁਤ ਵਧੀਆ ਸੁਝਾਅ ਦਿੱਤਾ ਵਾ ਡਾਕਟਰ ਦਲਜੀਤ ਸੰਧੂ ਨੇ ਕਿ ਚਾਂਸਲਰ ਨਾ ਗਵਰਨਰ ਨਾ ਮੁੱਖ ਮੰਤਰੀ, ਇਹ ਕੋਈ ਇੰਡੀਪੈਂਡੈਂਟ ਬਾਡੀ ਚਾਹੀਦੀ ਹੈ ਜਿਨ੍ਹਾਂ ਨੂੰ ਪਤਾ ਵਾ ਯੂਨੀਵਰਸਿਟੀਆਂ ਦੀ ਪੜ੍ਹਾਈ ਬਾਰੇ, ਜਿਨ੍ਹਾਂ ਨੂੰ ਪਤਾ ਵਾ ਕਿ ਉੱਚ ਸਿੱਖਿਆ ਕੀ ਹੁੰਦੀ ਆ ਔਰ ਜਿਹੜੇ ਉੱਚ ਸਿੱਖਿਆ ਦੇ ਮਾਪਦੰਡ ਦੁਨੀਆ ਦੇ ਮਾਪਦੰਡਾਂ ਨੂੰ ਜਾਣਦੇ ਨੇ। ਬਹੁਤ ਅੱਛਾ ਸੁਝਾਅ ਹੈ। ਮੀਨਵੇਲ ਲਾਲ ਸਿੰਘ ਬੁਢਲਾਡਾ, ਜਸਵਿੰਦਰ ਚਾਹਲ, ਰਵਿੰਦਰਜੀਤ ਸਿੰਘ ਪੰਦੇਰ, ਅਵਤਾਰ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜ ਗਏ ਨੇ, ਸਵਾਗਤ ਹੈ ਉਹਨਾਂ ਦਾ। ਰਵਿੰਦਰਜੀਤ ਪੰਦੇਰ ਕਹਿ ਰਹੇ ਨੇ ਜਿੱਥੇ ਵੀ BJP ਦੀ ਸਰਕਾਰ ਨਹੀਂ ਹੈ ਉਹਨਾਂ ਸੂਬਿਆਂ ਦੇ ਗਵਰਨਰ ਜ਼ਿਆਦਾ ਹੀ ਦਖਲ ਦਿੰਦੇ ਹਨ, ਮਤਲਬ ਵੱਧ ਤੋਂ ਵੱਧ ਅੜਿੱਕੇ ਢਲਾਉਂਦੇ ਹਨ ਜੋ ਕਿ ਸਹੀ ਨਹੀਂ। ਅਵਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਇਹ ਤਾਂ ਅਗਲੇ ਸੈਸ਼ਨ ਵਿੱਚ ਮਤਾ ਲੈ ਆਉਣਗੇ ਕਿ ਸਟੇਟਾਂ ਦਾ ਗਵਰਨਰ ਹੋਣਾ ਹੀ ਨਹੀਂ ਚਾਹੀਦਾ, ਇਹ ਤਾਂ ਮੁਗਲਾਂ ਦੇ ਟਾਈਮ ਦੀ ਪੋਸਟ ਹੈ। ਗੁਰਪ੍ਰੀਤ ਸੇਖੋਂ ਬੰਟੂ ਕਹਿ ਰਹੇ ਨੇ ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਹੇ ਨੇ, ਕੈਪਟਨ ਔਰ ਬਾਦਲ ਨਾਲੋਂ ਬਿਹਤਰ ਕੰਮ ਕਰ ਰਹੇ ਨੇ। ਮਿਸਕੀ ਗੁਪਤਾ ਕਹਿ ਰਹੇ ਨੇ ਭਾਰਤ ਦੇ ਸੰਵਿਧਾਨ ਅਨੁਸਾਰ ਵਾਈਸ ਚਾਂਸਲਰ ਕੌਣ ਲਗਾ ਸਕਦਾ ਹੈ? ਵਾਈਸ ਚਾਂਸਲਰ ਦੀ ਸਿਸਟਮ ਇਹ ਹੁੰਦਾ ਵਾ ਮਿਸਕੀ ਗੁਪਤਾ ਜੀ ਕਿ ਇੱਕ ਸਿਲੈਕਸ਼ਨ ਕਮੇਟੀ ਹੁੰਦੀ ਆ, ਉਹ ਸਿਲੈਕਸ਼ਨ ਕਮੇਟੀ ਜਿਹੜੀ ਆ 4 ਜਾਂ 5 ਜਾਂ 3 ਨਾਂ ਸਿਲੈਕਟ ਭੇਜਦੀ ਆ। ਉਹ ਨਾਂ ਜਿਹੜੇ ਨੇ ਉਹ ਫਿਰ ਜਾਂਦੇ ਨੇ ਚਾਂਸਲਰ ਕੋਲ ਔਰ ਚਾਂਸਲਰ ਉਹਨਾਂ 'ਚੋਂ ਇੱਕ ਨੂੰ ਨਿਯੁਕਤ ਕਰਦਾ ਵਾ। ਉਹ ਸਾਰਿਆਂ ਨੂੰ ਵੇਖਦਾ ਵਾ ਵੀ ਕੌਣ ਇਹਨਾਂ 'ਚੋਂ ਬਿਹਤਰ ਆ, ਫਿਰ ਇੱਕ ਦੀ ਨਿਯੁਕਤੀ ਜਿਹੜੀ ਆ ਉਹ ਹੁੰਦੀ ਆ 2 ਜਾਂ 3 ਸਾਲ ਜਾਂ 4 ਸਾਲ ਵਾਸਤੇ ਉਹ ਨਿਯੁਕਤੀ ਨਾਰਮਲੀ ਕਨਫਰਮ ਹੋ ਜਾਂਦੀ ਆ। ਵੈਸੇ ਤਾਂ ਵੱਖਰੀਆਂ ਯੂਨੀਵਰਸਿਟੀਆਂ ਦੇ ਆਪਣਾ ਸਿਸਟਮ ਹੈ, ਆਪਣਾ ਸੰਵਿਧਾਨ ਹੈ, ਉਹਦੇ ਮੁਤਾਬਕ ਇਹ ਨਿਯੁਕਤੀਆਂ ਹੁੰਦੀਆਂ ਵਾ। ਜਿਵੇਂ PAU ਲੁਧਿਆਣਾ ਦਾ ਬੋਰਡ ਹੈ ਇੱਕ, ਉਹ ਬੋਰਡ ਜਿਹੜਾ ਵਾ ਉਹ ਨਿਯੁਕਤੀ ਕਰਦਾ ਵਾ ਔਰ ਉਹ ਨਿਯੁਕਤੀ ਜਿਹੜੀ ਆ ਉਹ ਰਾਜਪਾਲ ਜਿਹੜੇ ਉਦੋਂ ਤੱਕ ਉੱਥੇ ਤੱਕ ਜਾਂਦੀ ਨਹੀਂ ਗਈ ਉਹ, ਲੇਕਿਨ ਬਾਕੀ ਯੂਨੀਵਰਸਿਟੀਆਂ ਦੀ ਜਿਹੜੀ ਨਿਯੁਕਤੀ ਆ ਉਹ ਰਾਜਪਾਲ, ਫਾਈਨਲ ਨਿਯੁਕਤੀ ਰਾਜਪਾਲ ਜਾਂ ਜਿਹੜਾ ਚਾਂਸਲਰ ਆ ਉਹ ਕਰਦਾ ਔਰ ਹੁਣ ਉਹ ਚਾਂਸਲਰ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਇਆ ਕਰਨਗੇ, ਨਾ ਕਿ ਗਵਰਨਰ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਮੈਂ ਉਸ ਤੋਂ ਪਹਿਲਾਂ ਦੱਸ ਦੇਵਾਂ ਕਿ ਦਵਿੰਦਰ ਲੋਪੋਂ, ਦਲਵੀਰ ਸਿੰਘ ਤੇ ਰਜਿੰਦਰਜੀਤ ਸਿੰਘ ਸੀਰਾ ਵੀ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਦਲਵੀਰ ਸਿੰਘ ਕਹਿ ਰਹੇ ਨੇ ਵਾਈਸ ਚਾਂਸਲਰ ਚੀਫ ਜਸਟਿਸ ਹਾਈ ਕੋਰਟ ਜਿਹੜੇ ਚਾਂਸਲਰ ਜਿਹੜਾ ਵਾ, ਵਾਈਸ ਚਾਂਸਲਰ ਨਹੀਂ ਚਾਂਸਲਰ ਜਿਹੜਾ, ਵਾਈਸ ਚਾਂਸਲਰ ਤੇ ਉਪ ਕੁਲਪਤੀ ਹੁੰਦਾ ਵਾ, ਚਾਂਸਲਰ ਜਿਹੜਾ ਵਾ ਉਹਨਾਂ ਦਾ ਕਹਿਣਾ ਵਾ ਵੀ ਹਾਈ ਕੋਰਟ ਦਾ ਚੀਫ ਜਸਟਿਸ ਹੋਣਾ ਚਾਹੀਦਾ ਵਾ। ਇਹ ਦਲਵੀਰ ਸਿੰਘ ਦਾ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਦੇਵ ਸ਼ੀਨਾ ਜੀ। ਹਾਂਜੀ ਸੰਧੂ ਸਾਹਿਬ, ਇਸ ਤਰ੍ਹਾਂ ਵੀ ਜਿਸ ਤਰ੍ਹਾਂ ਪਹਿਲੇ ਕਾਲਰ ਨੇ ਕਹੀ ਗੱਲ ਕੀ ਹੈ ਨਾ, ਮੈਂ ਵੀ ਉਸ ਗੱਲ ਦੇ ਨਾਲ ਸਹਿਮਤ ਹਾਂ, ਕਿਉਂਕਿ ਜਿਹੜਾ ਆਪਣਾ ਚਾਂਸਲਰ ਜਾਂ ਵਾਈਸ ਚਾਂਸਲਰ ਦੋਵੇਂ ਜਿਹੜੇ ਨਾ ਉਹ ਚਾਹੀਦੇ ਬੰਦੇ ਚੰਗੇ, ਮਤਲਬ ਵੈਲ ਐਜੂਕੇਟਡ ਹੋਣ, ਚੰਗੇ ਮਤਲਬ ਐਜੂਕੇਸ਼ਨ ਹੋਣ, ਕੋਈ ਉਹਨਾਂ ਨੂੰ ਪਤਾ ਹੋਵੇ ਕਿ ਆਪਾਂ ਜਿਹੜੇ ਅਦਾਰੇ ਹੈਗੇ ਕਾਲਜ ਜਿਹੜੇ ਆ ਜਾਂ ਯੂਨੀਵਰਸਿਟੀਆਂ ਕਿਸ ਤਰ੍ਹਾਂ ਚਲਾਉਣੀਆਂ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਤੇ ਜਿਸ ਤਰ੍ਹਾਂ ਹੁਣ ਮਤਲਬ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਗਵਰਨਰ ਨੇ, ਉਹਨਾਂ ਨੂੰ ਸੰਧੂ ਸਾਹਿਬ ਕੋਈ ਨੌਲੇਜ ਨਹੀਂ ਹੈਗਾ ਜ਼ਿਆਦਾ ਐਜੂਕੇਸ਼ਨ ਦਾ, ਨਾਲ ਜ਼ਿਆਦਾ ਪੜ੍ਹੇ ਲਿਖੇ ਜ਼ਿਆਦਾ ਹੋਣੇ। ਸੋ ਇਸ ਕਰਕੇ ਮੈਂ ਵੀ ਇਸ ਨਾਲ ਸਹਿਮਤ ਹਾਂ ਵੀ ਜਿੰਨੇ ਵੀ ਸੀਨੀਅਰ ਮਤਲਬ ਪ੍ਰੋਫੈਸਰ ਹੈਗੇ ਆ ਸਾਰੀ ਯੂਨੀਵਰਸਿਟੀਆਂ ਦੇ,
ਉਹਨਾਂ ਦੀ ਇੱਕ ਸੀਨੀਅਰਿਟੀ ਲਿਸਟ ਬਣ ਜਾਵੇ, ਠੀਕ ਨਹੀਂ। ਔਰ ਜਿੱਦਾਂ ਮੰਨ ਲਓ ਜਦੋਂ ਸੀਨੀਅਰਿਟੀ ਬਣ ਜੂਗੀ ਉਹਦੇ ਵਿੱਚ ਆਪਾਂ ਕਿਸੇ ਦੇ ਨਾਲ ਵੀ ਕੋਈ ਆਪਾਂ ਧੱਕਾ ਨਹੀਂ ਕਰ ਸਕਦੇ। ਜਿਹੜਾ ਬੰਦਾ ਸਭ ਤੋਂ ਸੀਨੀਅਰ ਪ੍ਰੋਫੈਸਰ ਹੋਏਗਾ ਪੰਜਾਬ ਦੇ ਵਿੱਚ ਜਿੰਨੀਆਂ ਯੂਨੀਵਰਸਿਟੀ ਹੈਗੀਆਂ ਨੇ ਜਾਂ ਕਾਲਜ ਹੈਗੇ ਆ, ਤੇ ਉਹਨਾਂ ਦਾ ਮਤਲਬ ਜਿਹੜੀਆਂ ਯੂਨੀਵਰਸਿਟੀ ਹੈਗੀਆਂ ਉਹਨਾਂ ਦੇ ਜਿੰਨੇ ਸੀਨੀਅਰ ਪ੍ਰੋਫੈਸਰ ਹੈਗੇ ਉਹਨਾਂ ਦੀ ਲਿਸਟ ਬਣ ਜੇ, ਸੀਨੀਅਰਿਟੀ ਲਿਸਟ ਬਣ ਜੇ। ਉਹ ਜਿਹੜਾ ਬੰਦਾ ਵੀ ਟਾਪ ਤੇ ਹੋਏ ਉਹ ਉਸੇ ਤਰ੍ਹਾਂ ਹੀ ਮਤਲਬ ਉਹਨਾਂ ਨੂੰ ਯੂਨੀਵਰਸਿਟੀਆਂ ਜਦੋਂ ਵਾਰੀ ਆਵੇ ਉਹਨਾਂ ਨੂੰ ਉਹ ਮਤਲਬ ਚਾਂਸਲਰ ਲਾਤਾ ਜਾਵੇ। ਚਾਂਸਲਰ ਕੇ ਵਾਈਸ ਚਾਂਸਲਰ, ਚਾਂਸਲਰ ਕੇ ਵਾਈਸ ਚਾਂਸਲਰ, ਹਾਂਜੀ ਵਧੇ ਨਹੀਂ ਚਾਂਸਲਰ ਦੀ ਗੱਲ ਕਰ ਰਿਹਾ ਮੈਂ। ਜਿਹੜਾ ਚਾਂਸਲਰ ਹੋਵੇ ਨਾ ਉਹ ਵੀ ਇੱਕ ਮਤਲਬ ਉਹ ਵੀ ਐਜੂਕੇਸ਼ਨਡ ਹੋਵੇ, ਚਾਹੇ ਜ਼ਿਆਦਾਤਰ ਆਪਾਂ ਇੱਕ ਨੇ ਹੁਣ ਕਾਲਰ ਨੇ ਹੁਣੇ ਗੱਲ ਕਹੀ ਆ ਵੀ ਜਿਹੜਾ ਚੀਫ ਜਸਟਿਸ ਆ ਉਹ ਹੋਵੇ, ਕਿਉਂਕਿ ਉਹ ਬੰਦਾ ਥੋੜੇ ਨਿਊਟਰਲ ਹੁੰਦੇ ਆ। ਜਿਹੜੇ ਬੰਦੇ ਚੀਫ ਜਸਟਿਸ ਆ ਪੰਜਾਬ ਦਾ ਉਹ ਨਿਊਟਰਲ ਆ। ਜਿਹੜੇ ਬੰਦੇ ਸਿਆਸੀ ਬੰਦੇ ਆ ਉਹ ਮਤਲਬ ਜਿੱਦਾਂ ਹੁਣ ਆਪਾਂ ਪੰਜਾਬ ਦਾ ਮੁੱਖ ਮੰਤਰੀ ਆ ਉਹਨੇ ਵੀ ਆਪਣੀ ਸਾਂਝ ਪਾਲਣੀ ਆ, ਤੇ ਜਿਹੜੇ ਗਵਰਨਰ ਹੁੰਦੇ ਆ, ਗਵਰਨਰ ਜਿਹੜੇ ਹੁੰਦੇ ਆ ਉਹ ਵੀ ਕਿਸੇ ਪਾਰਟੀ ਦਾ ਸੰਬੰਧ ਹੁੰਦਾ ਆ, ਤੇ ਉਹ ਵੀ ਫਿਰ ਆਪਣੇ ਬੰਦੇ ਜਿਹੜੇ ਬਾਹਰੋਂ ਪੰਜਾਬ ਤੋਂ ਬਾਹਰੋਂ ਵੀ ਲੈ ਆਉਂਦੇ ਆ। ਤੇ ਮੈਂ ਚਾਹੁੰਦਾ ਵੀ ਜਿਹੜੇ ਵੀ ਮਤਲਬ ਚਾਂਸਲਰ ਹੋਣ ਜਾਂ ਉਹ ਪੰਜਾਬ ਦਾ ਹੋਵੇ, ਤੇ ਜਿਹੜਾ ਵਾਈਸ ਚਾਂਸਲਰ ਜਾਂ ਚਾਂਸਲਰ ਦਾ ਕੰਮ ਆ ਉਹ ਮਤਲਬ ਆਪਣਾ ਚੀਫ ਜਸਟਿਸ ਕਰੇ, ਤੇ ਜਿਹੜੇ ਵਾਈਸ ਚਾਂਸਲਰ ਚੁਣਨੇ ਆ ਉਹ ਆਪਣੇ ਉਹ ਸੀਨੀਅਰਿਟੀ ਲਿਸਟ ਬਣਾ ਕੇ ਉਹਨਾਂ ਦੇ ਆਧਾਰ ਤੇ ਚੁਣੇ ਜਾਣ। ਥੈਂਕ ਯੂ ਵੈਰੀ ਮਚ। ਥੈਂਕ ਯੂ। ਬਲਦੇਵ ਛੀਨਾ ਉਹਨਾਂ ਦਾ ਵੀ ਉਹੀ ਵਿਚਾਰ ਆ ਕਿ ਨਾ ਗਵਰਨਰ ਤੇ ਨਾ ਮੁੱਖ ਮੰਤਰੀ, ਕੋਈ ਵੀ ਚਾਂਸਲਰ ਨਹੀਂ ਹੋਣਾ ਚਾਹੀਦਾ। ਚਾਂਸਲਰ ਕੋਈ ਤੀਜਾ ਬੰਦਾ ਹੋਣਾ ਚਾਹੀਦਾ, ਭਾਵੇਂ ਉਹ ਚੀਫ ਜਸਟਿਸ ਹੋਵੇ ਹਾਈ ਕੋਰਟ ਦਾ ਜਾਂ ਕੋਈ ਹੋਰ ਵਿਦਵਾਨ। ਸਤਨਾਮ ਸਿੰਘ ਧਾਮੀ ਦਾ ਵਿਚਾਰ ਆਇਆ ਵਾ ਕਿ ਪੰਜਾਬ ਸਰਕਾਰ ਨੂੰ ਇਹ ਰੈਜ਼ੋਲੂਸ਼ਨ ਪਾਸ ਕਰਨੀ ਚਾਹੀਦੀ ਆ ਕਿ ਯੂਨੀਵਰਸਿਟੀ ਦਾ ਸਭ ਤੋਂ ਸੀਨੀਅਰ ਪ੍ਰੋਫੈਸਰ ਜਿਹੜਾ ਉਹਨੂੰ ਵਾਈਸ ਚਾਂਸਲਰ ਉਪ ਕੁਲਪਤੀ ਜਿਹੜਾ ਵਾ ਉਹ ਲਾ ਦਿੱਤਾ ਜਾਵੇ। ਵਾਈਸ ਚਾਂਸਲਰ ਜਿਹੜੀ ਆ ਉਹਦੇ ਬਾਰੇ ਉਹਨਾਂ ਨੇ ਕਲੈਰਿਟੀ ਦਿੱਤੀ ਆ ਸਤਨਾਮ ਸਿੰਘ ਧਾਮੀ ਨੇ। ਮਿਸਕੀ ਗੁਪਤਾ ਕਹਿੰਦੇ ਨੇ ਵਾਈਸ ਚਾਂਸਲਰ ਰਾਜਨੀਤੀ ਅਧੀਨ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਜਨੀਤੀ ਗੰਦਗੀ ਦਾ ਹਿੱਸਾ ਹੁੰਦੀ ਆ। ਨਾਨ ਪੋਲੀਟੀਕਲ ਬੰਦਾ ਹੋਣਾ ਚਾਹੀਦਾ, ਮਿਸਕੀ ਗੁਪਤਾ ਦਾ ਇਹ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ। ਪਿਆਰਾ ਸਿੰਘ ਜੀ ਸਤਿ ਸ਼੍ਰੀ ਅਕਾਲ। ਪਹਿਲੇ ਕਾਲਰ ਦੀ ਵਿਚਾਰਾਂ ਦਾ ਤਜਦੀਦ ਕਰਦੇ ਆ। ਬਾਕੀ ਰਹੀ ਗੱਲ ਹੈ ਮੇਰੇ ਖਿਆਲ ਸੰਧੂ ਸਾਹਿਬ ਕੋਈ ਵੀ ਅਹੁਦਾ ਹੈਗਾ ਉਸ ਆਦਮੀ ਨੂੰ ਲਾਣਾ ਚਾਹੀਦਾ ਜਿਹੜਾ ਉਸ ਮਹਿਕਮੇ ਦਾ ਉਸ ਬਾਰੇ ਦਾ ਐਕਸਪਰਟ ਹੋਵੇ। ਔਰ ਦੂਸਰੀ ਗੱਲ ਹੈ IAS IPS ਅਫੀਸਰ ਉਹਨਾਂ ਸਟੇਟਾਂ ਦੇ ਲਾਣੇ ਚਾਹੀਦੇ ਜਿਹੜੇ ਉਸ ਸਟੇਟਾਂ ਦੇ ਕਲਚਰ ਨੂੰ ਔਰ ਲੋਕਾਂ ਦੇ ਮਜ਼ਾਕ ਨੂੰ ਲੋਕਾਂ ਦੇ ਬਾਰੇ ਪਤਾ ਸਮਝਣ ਹੋਣ ਉਹੀ ਲਾਣੇ ਚਾਹੀਦੇ। ਉੱਪਰੋਂ ਕੋਈ ਵੀ ਨਹੀਂ ਥੁੱਕਣਾ ਚਾਹੀਦਾ ਤਦੇ ਕੰਮ ਚ ਲੱਗਣ ਦੇਸ਼ ਦਾ ਹਾਲ ਮਾੜਾ ਹੋਏਗਾ। ਮਿਹਰਬਾਨੀ। ਨਵਾਂ ਇੱਕ ਵਿਚਾਰ ਦਿੱਤਾ ਵਾ ਪਿਆਰਾ ਸਿੰਘ ਨੇ ਕਿ IAS IPS ਜਿਹੜੇ ਨੇ ਉਹ ਵੀ ਸ਼ਾਇਦ ਜੋ ਕਹਿਣਾ ਚਾਹੁੰਦੇ ਜ਼ੋਨਲ ਵਾਈਜ਼ ਹੋ ਜਾਣ। ਜੇ ਆਪਣੀ ਸਟੇਟ ਤੇ ਨਹੀਂ ਲੱਗ ਸਕਦੇ ਤੇ ਐਟਲੀਸਟ ਉਸ ਜ਼ੋਨ ਤੋਂ ਹੋਣ ਤਾਂ ਕਿ ਉਹਨਾਂ ਨੂੰ ਉਸ ਕਲਚਰ ਦਾ ਪਤਾ ਹੋਵੇ। ਜੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, JNK ਦਾ ਕੋਈ ਵਾਈਸ ਜੇ ਕੋਈ ਲਾਉਣਾ ਵਾ ਤੇ ਉਹ ਉਹਨਾਂ ਸਟੇਟਾਂ ਦੇ ਵਿੱਚੋਂ ਹੀ ਹੋਵੇ ਕੋਈ ਜਿਹੜੇ IAS IPS ਅਫਸਰ ਨੇ, ਤਾਂ ਕਿ ਇਹ ਨਾ ਹੋਵੇ ਵੀ ਕੇਰਲਾ ਦਾ ਜਾਂ ਤਾਮਿਲਨਾਡੂ ਦਾ ਜਾਂ ਆਂਧਰਾ ਪ੍ਰਦੇਸ਼ ਦਾ ਬੰਦਾ ਪੰਜਾਬ 'ਚ ਆ ਜਾਏ ਜਿਹਨੂੰ ਪੰਜਾਬ ਦੇ ਕਲਚਰ ਬਾਰੇ ਬਹੁਤਾ ਪਤਾ ਨਹੀਂ। ਇਹ ਉਹਨਾਂ ਦਾ ਵਿਚਾਰ ਆ। ਸੋ ਬੜੇ ਅੱਛੇ ਵਿਚਾਰ ਆ ਰਹੇ ਨੇ ਕਿ ਇਹ ਨਿਯੁਕਤੀਆਂ ਕਿਵੇਂ ਹੋਣੀ ਚਾਹੀਦੀਆਂ। ਮੀਨਵੇਲ ਜਸਵਿੰਦਰ ਚਾਹਲ ਦਾ ਕਮੈਂਟ ਆਇਆ ਵਾ ਫੇਸਬੁੱਕ ਤੇ ਕਿ ਸਾਡੇ ਕੋਲ ਕੀ ਗਰੰਟੀ ਹੈ ਕਿ ਗਵਰਨਰ ਮੁੱਖ ਮੰਤਰੀ ਤੋਂ ਜ਼ਿਆਦਾ ਪੜ੍ਹਿਆ ਹੈ। ਹਾਂ, ਉਹਨਾਂ ਭਾਈ ਸਾਹਿਬ ਦੇ ਵਿਚਾਰ ਨਾਲ ਸਹਿਮਤ ਹਾਂ ਕਿ ਇੰਡੀਪੈਂਡੈਂਟ ਤੇ ਉੱਚ ਸਿੱਖਿਆ ਪ੍ਰਾਪਤ ਬੰਦਾ ਹੋਣਾ ਚਾਹੀਦਾ। ਜਸਵਿੰਦਰ ਚਾਹਲ ਦਾ ਵਿਚਾਰ ਆ। ਬਿਲਕੁਲ ਠੀਕ ਹੈ ਜੀ। ਗਵਰਨਰ ਜਾਂ ਮੁੱਖ ਮੰਤਰੀ ਕਈ ਵਾਰ ਦੋਵੇਂ ਹੀ ਹੋ ਸਕਦਾ ਬਹੁਤ ਘੱਟ ਪੜ੍ਹੇ ਹੋਣ ਜਾਂ ਬਿਲਕੁਲ ਅਨਪੜ੍ਹ ਵੀ ਹੋ ਸਕਦੇ ਨੇ। ਸੋ ਇਸ ਕਰਕੇ ਜਸਵਿੰਦਰ ਚਾਹਲ ਨੇ ਕਿਹਾ ਵਾ ਔਰ ਉਹ ਐਗਰੀ ਕਰਦੇ ਨੇ ਸਾਡੇ ਪਹਿਲੇ ਕਾਲਰਸ ਨਾਲ ਕਿ ਇੰਡੀਪੈਂਡੈਂਟ ਬੰਦਾ ਹੋਣਾ ਚਾਹੀਦਾ, ਜਿਹੜਾ ਪੜ੍ਹਿਆ ਲਿਖਿਆ ਹੋਵੇ ਉਹਨੂੰ ਹੀ ਵਾਈਸ ਚਾਂਸਲਰ ਜਿਹੜਾ ਵਾ ਉਹ ਲਾਉਣਾ ਚਾਹੀਦਾ ਵਾ। ਇਹ ਉਹਨਾਂ ਦਾ ਵਿਚਾਰ ਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ ਵਾਕਈ ਗੱਲ ਤੁਹਾਡੀ ਸਹੀ ਹੈ। ਜਿਹੜੇ ਪੋਲੀਟੀਕਲ ਜਿਹੜੇ ਚੀਫ ਮਿਨਿਸਟਰ ਹੈ, CM ਹੈ ਜਾਂ ਗਵਰਨਰ ਹੈ, ਇਹ ਪੋਲੀਟੀਕਲ ਮਤਲਬ ਵੀ ਜਮਾਤ ਚੋਂ ਹੀ ਆਉਂਦੇ ਆ। ਖਾਸ ਕਰਕੇ ਕਈ ਵਾਰ ਗਵਰਨਰ ਤਾਂ ਫਿਰ ਵੀ ਮੇਰੇ ਖਿਆਲ ਜੱਜ ਵਗੈਰਾ ਲਾਏ ਜਾਂਦੇ ਨੇ, ਪੜ੍ਹੇ ਲਿਖੇ ਹੁੰਦੇ ਆ ਥੋੜੇ ਜਿਹੇ। ਗਵਰਨਰ ਤਾਂ ਕਈ ਵਾਰ ਚਲੋ ਜਾਂਦੇ, ਕਈ ਵਾਰ ਪੋਲੀਟੀਕਲ ਬੈਕਗਰਾਊਂਡ ਚ ਵੀ ਜਾਂਦੇ ਆ। ਪਰ ਜਦੋਂ ਇਹਨਾਂ ਦੇ ਚੋਣ ਵਾਸਤੇ ਕੋਈ ਰਿਕੁਆਇਰਮੈਂਟ ਹੀ ਹੈ ਨਹੀਂ ਐਜੂਕੇਸ਼ਨ ਦੀ, ਫਿਰ ਆਪਾਂ ਐਕਸੈਪਟ ਕਿਵੇਂ ਕਰ ਸਕਦੇ ਆ ਵੀ ਮੁੱਖ ਮੰਤਰੀ ਤੇ ਜੇ ਗਵਰਨਰ ਜ਼ਿਆਦਾ ਸਾਰੇ ਐਜੂਕੇਟ ਹੋਣਗੇ। ਤੇ ਕਿਉਂਕਿ ਐਜੂਕੇਸ਼ਨ ਨਾਲ ਸੰਬੰਧਿਤ ਇਹ ਹੈਗਾ ਆਪਣਾ ਮੁੱਦਾ ਏਦਾਂ ਤੇ ਮਹਿਕਮਾ ਇਹ ਯੂਨੀਵਰਸਿਟੀ ਚਾਂਸਲਰ ਦਾ ਨਿਯੁਕਤੀਆਂ ਕਰਨੀਆਂ। ਪਰ ਮੈਂ ਤਾਂ ਇਹ ਕਹੂੰਗਾ ਵਾਕਈ ਗੱਲ ਸਹੀ ਹੈ, ਇਹ ਤੁਹਾਡੇ ਉਸ ਸਟੇਟ 'ਚ ਹੋਣਾ ਚਾਹੀਦਾ ਜਿਹੜੀ ਸਟੇਟ ਦੀਆਂ ਯੂਨੀਵਰਸਿਟੀਆਂ ਹੈਗੀਆਂ, ਇਹਦੇ ਕੋਈ ਸ਼ੱਕ ਨਹੀਂਗਾ। ਪਰ ਲੈ ਆਉਣ, ਜਿਵੇਂ ਦਲਜੀਤ ਸੰਧੂ ਨੇ ਗੱਲ ਕੀਤੀ, ਇੰਡੀਪੈਂਡੈਂਟ ਲੈ ਆਉਣ, ਲੈ ਕੇ ਵਾਕਈ ਯੋਗ ਹੋਣਾ ਚਾਹੀਦਾ, ਡਾਕਟਰ ਹੋਵੇ ਜਾਂ ਪੜ੍ਹਿਆ ਲਿਖਿਆ ਹੋਵੇ ਜਿਹਨੂੰ ਆਪਾਂ ਕਹਿੰਦੇ ਨੇ ਐਜੂਕੇਟ। ਪਰ ਮੈਂ ਸੰਧੂ ਸਾਹਿਬ ਕਹੂੰਗਾ ਵਾਕਈ ਉਹ ਹੋਵੇ ਜਿਹਦਾ ਥੋੜਾ ਜਿਹਾ ਇੰਗਲਿਸ਼ ਦਾ ਵੀ ਫਲੂਐਂਟ ਹੋਵੇ, ਕਿਉਂਕਿ ਇਹਨਾਂ ਚਾਂਸਲਰਾਂ ਨੇ ਬਾਹਰਲੀਆਂ ਯੂਨੀਵਰਸਿਟੀਆਂ ਦੇਸ਼ਾਂ ਜਾਣ ਦੌਰੇ ਕਾਰਨ ਉੱਥੋਂ ਦੇ ਦੇਖ ਕੇ ਤੇ ਆਪਦੇ ਦੇਖਣ ਵੀ ਉੱਥੇ ਕਮੀਆਂ ਕੀ ਆ, ਉਹ ਕਿਵੇਂ ਚੱਲਦੀਆਂ।
ਉਹ ਤਾਂ ਫਿਰ ਇੱਕ ਜਿਹੜਾ ਐਜੂਕੇਟ ਆਪ ਹੋਊਗਾ, ਘੱਟੋ ਘੱਟ ਹਾਈ ਐਜੂਕੇਸ਼ਨ ਲਈ ਹੋਊਗੀ, ਮਾਸਟਰ ਡਿਗਰੀ ਕੀਤੀ ਹੋਊਗੀ ਜਾਂ PhD ਹੋਊਗਾ, ਜਾਂ ਉਹੀ ਖੋਜ ਕਰ ਸਕਦਾ ਤੇ ਉਹੀ ਲਿਆ ਲਿਆ ਕੇ, ਕਿਉਂਕਿ ਵਿੱਦਿਆ ਦਾ ਮਸਲਾ ਜੁੜਿਆ ਹੋਇਆ ਨੌਜਵਾਨਾਂ ਨਾਲ, ਆਪਣੇ ਨਾਲ, ਸਟੂਡੈਂਟਸ ਨਾਲ। ਸਾਨੂੰ ਜ਼ੋਰ ਹੈ ਤਾਂ ਇੱਧਰ ਤੇ ਵਿੱਤੀ ਜਿਹੜੀਆਂ ਆਰਥਿਕ ਸੰਕਟ ਚੋਂ ਯੂਨੀਵਰਸਿਟੀਆਂ ਗੁਜ਼ਰ ਰਹੀਆਂ ਉਹਦੇ ਚੋਂ ਕੱਢਣਾ, ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਆਈਲੈਟਸ ਕਰਕੇ ਬਾਹਰ ਭੱਜੇ ਜਾ ਸਕਦੇ। ਸਾਨੂੰ ਯੂਨੀਵਰਸਿਟੀਆਂ ਨੂੰ ਜ਼ਰੂਰ ਚੰਗੀ ਮੇਰੇ ਖਿਆਲ ਮਾਹੌਲ ਦੇਣਾ ਪਊਗਾ, ਤਾਂ ਕਿ ਬੱਚਿਆਂ ਦਾ ਜਿਹੜੇ ਪੜ੍ਹ ਸਕਦੇ ਆ ਉਹਨਾਂ ਦਾ ਇੱਥੇ ਮਾਹੌਲ ਰਵੇ, ਤੇ ਨਹੀਂ ਤਾਂ ਫਿਰ ਇੱਥੇ ਕਲਰਕ ਹੀ ਪੈਦਾ ਹੁੰਦੇ ਰਹਿਣਗੇ ਤੇ ਕਦੋਂ ਆਪਾਂ ਫਿਰ ਵਿਕਾਸ ਕਰਨੀ ਤੁਰਾਂਗੇ। ਇਹ ਲੋੜ ਹੈ ਵੈਸੇ ਐਜੂਕੇਸ਼ਨ ਦੇ ਮਸਲੇ ਤੇ ਬਿਲਕੁਲ ਹੀ ਸੰਜੀਦਗੀ ਲੋੜ ਹੈ। ਮੈਂ ਤਾਂ ਇੰਨਾ ਹੀ ਕਹੂੰਗਾ। ਮਿਹਰਬਾਨੀ। ਗੁਰਿੰਦਰ ਗਿੱਲ ਦਾ ਕਮੈਂਟ ਆਇਆ ਵਾ ਕਿ ਚਾਂਸਲਰ ਇਲੈਕਟਡ ਬੰਦਾ ਹੀ ਹੋਣਾ ਚਾਹੀਦਾ, ਚਾਹੇ CM ਹੀ ਸਹੀ ਹੈ। ਨੋਮੀਨੇਸ਼ਨ ਕਮੇਟੀ ਬਣਾਈ ਜਾ ਸਕਦੀ ਹੈ। ਨੋਮੀਨੇਸ਼ਨ ਕਮੇਟੀ ਕਾਹਦੇ ਵਾਸਤੇ ਗੁਰਿੰਦਰ ਗਿੱਲ ਜੀ? ਵਾਈਸ ਚਾਂਸਲਰ ਵਾਸਤੇ, ਉਪ ਕੁਲਪਤੀ ਵਾਸਤੇ? ਕਿਉਂਕਿ ਚਾਂਸਲਰ ਦਾ ਤੁਸੀਂ ਕਹਿਤਾ ਕਿ ਇਲੈਕਟਡ ਬੰਦਾ ਹੀ ਹੋਣਾ ਚਾਹੀਦਾ ਵਾ, ਪਰ ਪ੍ਰੋਬਲਮ ਇਹਦੇ 'ਚ ਇਹ ਆ ਰਹੀ ਹੈ, ਜਿਹੜੇ ਸਾਡੇ ਕਈ ਕਾਲਰਸ ਨੇ ਪੁਆਇੰਟ ਆਊਟ ਕੀਤਾ ਵਾ ਕਿ ਕਈ ਵਾਰ ਮੁੱਖ ਮੰਤਰੀ, ਔਰ ਉਹ ਬਹੁਤ ਸਾਰੇ ਕਾਲਰ ਕਹਿ ਰਹੇ ਨੇ ਕਿ ਰਾਜਪਾਲ ਨੂੰ ਵੀ ਚਾਂਸਲਰ ਲਾਉਣਾ ਗਲਤ ਹੈ, ਕਿਉਂਕਿ ਉਹ ਵੀ ਕਈ ਵਾਰ ਹੋ ਸਕਦਾ ਬਹੁਤੇ ਪੜ੍ਹੇ ਨਾ ਹੋਣ, ਕਈ ਵਾਰ 10ਵੀਂ ਪਾਸ, 12ਵੀਂ ਪਾਸ, 5ਵੀਂ ਪਾਸ ਵੀ ਹੋ ਸਕਦੇ ਆ ਰਾਜਪਾਲ ਜਾਂ ਮੁੱਖ ਮੰਤਰੀ। ਸੋ ਉਹਨਾਂ ਨੂੰ ਯੂਨੀਵਰਸਿਟੀਆਂ ਦਾ ਚਾਂਸਲਰ ਲਾਉਣਾ, ਉੱਚ ਸਿੱਖਿਆ ਦੇ ਅਦਾਰੇ ਦਾ ਚਾਂਸਲਰ ਲਾਉਣਾ, ਜਿਹੜਾ ਨਿਯੁਕਤੀ ਕਰਦਾ ਵਾ ਚਾਂਸਲਰ, ਵਾਈਸ ਚਾਂਸਲਰ ਦੀ ਔਰ ਬਾਕੀ ਅਹੁਦਿਆਂ ਦੀ, ਕੀ ਇਹ ਸਹੀ ਹੈ? ਸੋ ਇਹ ਵੀ ਕਈ ਜੋ ਤੁਸੀਂ ਕਹਿ ਰਹੇ ਨੇ ਉਹਦੇ ਉੱਪਰ ਵੀ ਕਈ ਲੋਕਾਂ ਦੀ ਟਿੱਪਣੀ ਆਲਰੇਡੀ ਕੀਤੀ ਹੋਈ ਆ। ਕਾਕਾ ਬੈਂਸ ਕਹਿ ਰਹੇ ਨੇ ਵਾਈਸ ਚਾਂਸਲਰ ਜੋ ਵੀ ਕੋਈ ਹੋਵੇ ਉਸਦੀ ਸਾਰੀ ਨੌਕਰੀ ਪੜ੍ਹਨ ਲਿਖਣ ਦੀ ਲਾਈਨ ਵਿੱਚ ਹੀ ਹੋਵੇ, ਚਾਂਸਲਰ ਹਾਈ ਕੋਰਟ ਦੇ ਜੱਜ ਹੋਵੇ ਤਾਂ ਚੰਗਾ ਹੋ ਸਕਦਾ ਵਾ। ਕਿ ਵਾਈਸ ਚਾਂਸਲਰ ਪੜ੍ਹਿਆ ਲਿਖੀ ਲਾਈਨ ਦੇ ਵਿੱਚੋਂ ਹੋਵੇ, ਉਹ ਤਾਂ ਹੁੰਦੇ ਆ ਜੀ ਨੋਰਮਲੀ, ਲੇਕਿਨ ਉਹਦਾ ਕੀ ਸਿਸਟਮ ਹੋਣਾ ਚਾਹੀਦਾ ਵਾ? ਕੀ ਉਸੇ ਯੂਨੀਵਰਸਿਟੀ ਦਾ ਸਭ ਤੋਂ ਸੀਨੀਅਰ ਮੋਸਟ ਪ੍ਰੋਫੈਸਰ ਨੂੰ VC ਲਾਉਣਾ ਚਾਹੀਦਾ ਵਾ? ਇਹਦੇ ਉੱਪਰ ਤੁਸੀਂ ਟਿੱਪਣੀ ਕਰ ਸਕਦੇ। ਹਾਂ, ਚਾਂਸਲਰ ਤੁਸੀਂ ਕਹਿ ਰਹੇ ਜੇ ਕਿ ਹਾਈ ਕੋਰਟ ਦਾ ਚੀਫ ਜਸਟਿਸ ਹੋਣਾ ਚਾਹੀਦਾ ਵਾ, ਇਹ ਤੁਹਾਡਾ ਵਿਚਾਰ ਹੈ। ਐਟਲੀਸਟ ਇਹ ਇਨਸ਼ੋਰ ਕਰੂਗਾ ਕਿ ਅਗਲਾ ਪੜ੍ਹਾ ਲਿਖਿਆ ਬੰਦਾ ਹੈ। ਸੋ ਹੁਣ ਤੱਕ ਜਿੰਨੇ ਕਾਲਰ ਆਏ ਨੇ, ਕਰੀਬ ਸਾਰੇ ਕਾਲਰ ਸੇ ਗੁਰਿੰਦਰ ਔਰ ਇੱਕ ਕਮੈਂਟੇਟਰਸ ਗੁਰਿੰਦਰ ਗਿੱਲ ਨੂੰ ਛੱਡ ਕੇ ਸਾਰੇ ਹੀ ਕਹਿ ਰਹੇ ਨੇ ਕਿ ਚਾਂਸਲਰ ਨਾ ਗਵਰਨਰ ਤੇ ਨਾ ਮੁੱਖ ਮੰਤਰੀ, ਇੰਡੀਪੈਂਡੈਂਟ ਬੰਦਾ ਹੋਣਾ ਚਾਹੀਦਾ, ਪ੍ਰੈਫਰੇਬਲੀ ਚੀਫ ਜਸਟਿਸ ਆਫ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ। ਹਾਂਜੀ ਸੰਧੂ ਸਾਹਿਬ, ਮੈਂ ਮਾਸਟਰ ਸਵਰਨ ਸਿੰਘ ਬੋਲਦਾ। ਮਾਸਟਰ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਜੀ। ਹਾਂਜੀ, ਮੈਂ ਬਾਈ ਜੀ ਇਹ ਪੁੱਛਣਾ ਚਾਹੁੰਦਾ, ਮੈਂ 1971 ਦਾ MA ਆ। ਮੇਰੀ ਜਿਹੜੀ ਡਿਗਰੀ ਮੈਨੂੰ ਮਿਲੀ ਸੀਗੀ, ਮਤਲਬ ਉਹਦੇ ਤੇ ਮੈਨੂੰ ਹੁਣ ਇਹ ਨਹੀਂ ਯਾਦ ਹੈ, ਪੁਰਾਣੀ ਗੱਲ ਆ 50 ਸਾਲ ਤੋਂ ਪਹਿਲਾਂ ਦੀ, ਉਹਦੇ ਤੇ VV ਗਿਰੀ ਦੀ ਮੁੱਖ ਲੱਗੀ ਹੋਈ ਆ ਚਾਂਸਲਰ ਦੇ ਤੌਰ ਤੇ। VV ਗਿਰੀ ਉਸ ਵੇਲੇ ਹੋ ਸਕਦਾ ਵਾ ਜਿਹੜੇ ਤੁਸੀਂ ਯੂਨੀਵਰਸਿਟੀ ਤੋਂ ਪੜ੍ਹੇ ਜੇ ਉਹਦੇ ਚਾਂਸਲਰ ਜਿਹੜੇ ਨੇ ਉਹ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਹੋਣ, ਔਰ VV ਗਿਰੀ ਇਹਨਾਂ ਅਹੁਦਿਆਂ ਤੇ ਉਹਨਾਂ ਦਿਨਾਂ 'ਚ ਬਿਰਾਜਮਾਨ ਹੋ ਸਕਦੇ ਆ। ਹਾਂਜੀ, ਮੈਨੂੰ ਲੱਗਦਾ ਬਈ ਉਸ ਵੇਲੇ ਜਿਹੜਾ ਚਾਂਸਲਰ ਹੁੰਦਾ ਸੀ ਉਹ ਰਾਸ਼ਟਰਪਤੀ ਹੁੰਦਾ ਸੀ। ਮੈਂ ਇਸ ਗੱਲ ਦੀ ਜਾਣੀ ਤੁਹਾਨੂੰ ਸ਼ਾਇਦ ਹੀ ਭਰ ਸਕਦਾ, ਮੇਰੇ ਕੋਲ ਡਿਗਰੀਆਂ ਨੇ। ਓਕੇ ਜੀ, ਥੈਂਕ ਯੂ ਮਾਸਟਰ ਜੀ। ਮੀਨਵਾਈਲ ਦਲਜੀਤ ਸੰਧੂ ਕਹਿ ਰਹੇ ਨੇ ਕਿ ਸਾਡੇ ਦੇਸ਼ ਦੇ ਵਿੱਚ ਸਿਸਟਮ ਹੀ ਪੁੱਠਾ ਵਾ। ਹੁਣ ਆਪਾਂ ਵੇਖ ਰਹੇ ਹਾਂ ਕਿ 12ਵੀਂ ਪਾਸ ਮੁੱਖ ਮੰਤਰੀ ਨੂੰ ਵੱਡੇ ਵੱਡੇ ਪੜ੍ਹੇ ਲਿਖੇ ਸਲੂਟ ਮਾਰ ਰਹੇ ਹਨ। ਚਲੋ ਉਹਦੇ 'ਚ ਤਾਂ ਕੋਈ ਹਰਜ ਨਹੀਂ, ਇਲੈਕਟਡ ਹੈ ਬੰਦਾ, ਕਿਸੇ ਮੁਲਕ 'ਚ ਵੀ ਇਹ ਹੋ ਸਕਦਾ ਵਾ, ਲੇਕਿਨ ਯੂਨੀਵਰਸਿਟੀਆਂ ਦਾ ਚਾਂਸਲਰ ਕੌਣ ਹੋਣਾ ਚਾਹੀਦਾ ਵਾ, ਇਹਦੇ ਉੱਪਰ ਜ਼ਰੂਰ ਆਪਾਂ ਟਿੱਪਣੀ ਕਰ ਸਕਦੇ ਹਾਂ। ਹਰਦੀਪ ਸਿੰਘ ਸੋਢੀ ਕਹਿ ਰਹੇ ਨੇ ਇਲੈਕਟਡ ਹੀ ਲਾਉਣਾ ਹੋਵੇ ਤਾਂ ਬੀਬੀ ਮਾਨੂਕੇ ਨੂੰ ਲਾ ਦਿਓ, ਉਹ ਵੀ ਮਾਸਟਰ ਨਹੀਂ ਰਹੀ ਹੈ ਸਾਰੀ ਉਮਰ। ਰਜਿੰਦਰ ਸਿੰਘ ਸੀਰਾ ਕਹਿ ਰਹੇ ਨੇ ਚਾਂਸਲਰ ਜਿਹੜਾ ਵਾ ਇਰਰੈਲੇਵੈਂਟ ਆ, ਯੰਗਰ ਜਨਰੇਸ਼ਨ ਨੂੰ ਸਾਡੀ ਉੱਚ ਸਿੱਖਿਆ ਦੇ ਵਿੱਚ ਪ੍ਰੋੜਤਾ ਦੇਣ ਦੀ ਲੋੜ ਆ, ਪੰਜਾਬ ਵਾਸਤੇ ਇਹ ਬਹੁਤ ਜ਼ਰੂਰੀ ਆ। ਪ੍ਰਗਟ ਬਲ ਕਹਿ ਰਹੇ ਨੇ ਪੰਜਾਬ ਦੀ ਹਾਲਾਤ ਲਈ ਇਹ ਟਕਰਾਅ ਵਾਲੀ ਸਥਿਤੀ 2024 ਤੱਕ ਖਾਸ ਕਰਕੇ ਬਹੁਤੀ ਬਿਹਤਰੀ ਵੱਲ ਨਹੀਂ ਜਾ ਰਹੀ। ਪ੍ਰਗਟ ਬਲ ਨੇ ਕੌਸ਼ਨ ਕੀਤਾ ਵਾ, ਸਾਨੂੰ ਚੇਤਾਵਨੀ ਦਿੱਤੀ ਆ ਕਿ ਜਿਸ ਪਾਸੇ ਨੂੰ ਇਹ ਟਕਰਾਅ ਦੀ ਸਥਿਤੀ ਜਾਰੀ ਹੈ, ਕੋਈ ਚੰਗੀ ਗੱਲ ਨਹੀਂ। ਮੀਨਵਾਈਲ ਜਿਹੜੇ ਹੋਰ ਵੀ ਕਮੈਂਟਸ ਆ ਰਹੇ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਇੱਕ ਹੋਰ ਮੈਂ ਕਾਲ ਲੈ ਕੇ ਫਿਰ ਮੈਂ ਛੋਟੀ ਜੀ ਬ੍ਰੇਕ ਲਊਂਗਾ। ਹੈਲੋ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਗੁਲਿੰਦਰ ਜੀ। ਹਾਂਜੀ, ਜਿਹੜੀ ਕਮੇਟੀ ਬਾਰੇ ਗੱਲ, ਕਮੇਟੀ ਨੋਮੀਨੇਸ਼ਨ ਕਮੇਟੀ ਤਾਂ ਵਾਈਸ ਚਾਂਸਲਰ ਦੀ ਹੋ ਸਕਦੀ ਹੈ, ਚਾਂਸਲਰ ਦੀ ਤਾਂ ਹੋ ਨਹੀਂ ਸਕਦੀ ਜੀ। ਬਾਕੀ ਜੋ ਆਪਾਂ ਇਹ ਸਿਸਟਮ ਦੇਖ ਰਹੇ ਆ, ਦੇਖੋ ਦੋ ਸਿਸਟਮ ਨੇ ਦੁਨੀਆ ਵਿੱਚ, ਇੱਕ ਤਾਂ ਕਲੋਨੀਅਲ ਸਿਸਟਮ ਆ, ਇੱਕ ਅਮਰੀਕਨ ਸਿਸਟਮ ਆ। ਕਲੋਨੀਅਲ ਸਿਸਟਮ ਦੇ ਵਿੱਚ ਉਹ ਲਾਰਡ ਨੂੰ ਬਣਾਉਂਦੇ ਆ, ਲਾਰਡ ਜਿਹੜਾ ਕਿ ਆਪਣੇ ਰਾਜੇ ਰਾਣੀਆਂ ਦਾ
ਖਾਸ ਬੰਦਾ ਹੁੰਦਾ, ਉਹਦੀ ਕੋਈ ਇਲੈਕਟਡ ਪਰਸਨ ਨਹੀਂ ਹੁੰਦਾ, ਉਹ ਲਾਰਡ ਨੂੰ ਬਣਾਉਂਦੇ ਆ। ਹਰੇਕ ਯੂਨੀਵਰਸਿਟੀ ਦਾ ਅਲੱਗ-ਅਲੱਗ ਉਹਨਾਂ ਦਾ ਹੈਗਾ, ਹਰੇਕ ਦਾ, ਸਾਰੀ ਯੂਨੀਵਰਸਿਟੀ ਦਾ ਇੱਕ ਨਹੀਂ ਹੈਗਾ। ਜਿਹੜਾ ਅਮਰੀਕਨ ਸਿਸਟਮ ਆ ਇਹਦੇ ਵਿੱਚ ਲੈਫਟੀਨੈਂਟ ਗਵਰਨਰ ਜਿਹੜੀਆਂ ਸਟੇਟ ਹੁਣ ਯੂਨੀਵਰਸਿਟੀਆਂ ਉਹਦਾ ਚਾਂਸਲਰ ਹੁੰਦਾ। ਰੀਜ਼ਨ ਇਹ ਮੈਂ ਤੁਹਾਨੂੰ ਜਿਹੜੀ ਇਲੈਕਟਡ ਪਰਸਨ ਬਾਰੇ ਕਹਿ ਰਿਹਾ, ਉਹ ਇਲੈਕਟਡ ਪਰਸਨ ਹੋਣਾ ਤਾਂ ਜ਼ਰੂਰੀ ਹੈ ਕਿ ਲੋਕਾਂ ਨੂੰ ਜਵਾਬਦੇਹ ਆ, ਚਾਹੇ ਉਹਦੀ ਕੁਆਲੀਫਿਕੇਸ਼ਨ ਕੋਈ ਆ, ਉਹਨੇ ਕਿਹੜਾ ਯੂਨੀਵਰਸਿਟੀ ਚਲਾਉਣੀ, ਯੂਨੀਵਰਸਿਟੀ ਤਾਂ ਵੀਸੀ ਨੇ ਚਲਾਣੀ ਆ। ਨਹੀਂ, ਪਰ ਵੀਸੀ ਦੀ ਨਿਯੁਕਤੀ ਉਹਨੇ ਕਰਨੀ ਹੈ ਨਾ। ਵੀਸੀ ਦੀ ਨਿਯੁਕਤੀ ਜਿਹੜੇ ਚ 4 ਬੰਦੇ, ਜਿਹੜੀ ਆਪਣੀ ਨੋਮੀਨੇਸ਼ਨ ਕਮੇਟੀ ਆ ਉਹ ਪੜ੍ਹੇ ਲਿਖੇ ਬੰਦੇ ਚ ਨੋਮੀਨੇਟ ਕਰੂ, ਅਨਪੜ੍ਹ ਬੰਦੇ ਨੂੰ ਤਾਂ ਨੋਮੀਨੇਟ ਨਹੀਂ ਨਾ ਕਰੂਗੀ। ਉਹਦੇ ਵਿੱਚ ਕੋਈ ਵੀ ਬੰਦੇ ਸਭ ਤੋਂ ਸੀਨੀਅਰ ਪ੍ਰੋਫੈਸਰ ਹੋ ਸਕਦੇ ਆ, ਜਿਹੜੇ ਪਹਿਲਾਂ ਵਾਈਸ ਚਾਂਸਲਰ ਰਹੇ ਹੋਏ ਆ ਉਹ ਹੋ ਸਕਦੇ ਆ। ਜਿਸ ਤਰ੍ਹਾਂ ਆਪਣੀ PAU ਦਾ ਸਿਸਟਮ ਹੈਗਾ, PAU ਦਾ ਸਿਸਟਮ ਹੈਗਾ, ਕਮੇਟੀ ਬਣੀ ਹੋਈ ਆ, ਉਹਦੇ ਵਿੱਚ ਬੋਰਡ ਹੈ, ਉੱਥੇ ਬੋਰਡ ਹੈ, ਹਾਂਜੀ ਬੋਰਡ ਹੈ, ਉੱਥੇ ਬੋਰਡ ਦੇ ਵਿੱਚ ਘੱਟ ਪੜ੍ਹੇ ਲੋਕ ਵੀ ਆ, ਪੜ੍ਹੇ ਲਿਖੇ ਵੋਟ ਵੀ ਆ, ਸਾਰੇ ਉਹ ਚ ਪੜ੍ਹੇ ਲਿਖੇ ਬੰਦੇ ਨਹੀਂ ਹੈਗੇ, ਫਾਰਮਰ ਵੀ ਹੈਗੇ ਉਹਦੇ ਵਿੱਚ। ਹੁਣ ਆਪਾਂ ਫਾਰਮਰਾਂ ਵਿੱਚੋਂ ਕੱਢ ਦਿਆਂਗੇ, ਇਸ ਕਰਕੇ ਜਿਹੜੇ ਬੰਦੇ ਦਾ ਸਟੇਕ ਆ ਉਹਦੇ ਵਿੱਚ, ਉਹਦੇ ਕਮੇਟੀ ਵਿੱਚ ਕੋਈ ਵੀ ਬੰਦੇ ਹੋ ਸਕਦੇ ਆ, ਚੰਗੇ ਬੰਦੇ ਨੂੰ ਕਰਨਗੇ ਨੋਮੀਨੇਟ। ਤੇ ਜਿਹੜਾ ਚਾਹੇ ਉਹ ਇਲੈਕਟਡ ਹੋਇਆ, ਜਿਵੇਂ ਅਮਰੀਕਾ ਵਿੱਚ ਗਵਰਨਰ ਨੂੰ ਨਹੀਂ ਬਣਾਉਂਦੇ ਉਹ, ਅਮਰੀਕਾ ਵਿੱਚ ਸਾਡੀ ਯੂਨੀਵਰਸਿਟੀਆਂ ਦਾ ਆਪਣਾ ਚਾਂਸਲਰ ਲੈਫਟੀਨੈਂਟ ਗਵਰਨਰ ਹੁੰਦਾ। ਇਸ ਕਰਕੇ ਆਪਾਂ ਨੂੰ ਭਗਵੰਤ ਮਾਨ ਦੇ ਪ੍ਰਾਈ ਬੀਇੰਗ ਚੀਫ ਮਿਨਿਸਟਰ ਉਹ ਤੇ ਰਿਕੁਆਇਰਮੈਂਟ ਉਹਨੇ ਡਿਪਟੀ ਚੀਫ ਮਿਨਿਸਟਰ ਹੋਣਾ ਚਾਹੀਦਾ, ਕੋਈ ਡਿਪਟੀ ਚੀਫ ਮਿਨਿਸਟਰ ਬਣਾ ਕੇ ਰੱਖਣਗੇ ਫਿਰ, ਤੇ ਇਹ ਚੀਜ਼ਾਂ ਹੋ ਸਕਦੀਆਂ। ਪਰ ਬੰਦਾ ਜਿਹੜਾ ਹੋਵੇ ਇਲੈਕਟਡ ਹੋਣਾ ਚਾਹੀਦਾ, ਕਿਉਂਕਿ ਪ੍ਰੋਬਲਮ ਇੱਥੇ ਇਹ ਆਉਂਦੀ ਆ, ਜਦੋਂ ਆਪਾਂ ਅਨਇਲੈਕਟਡ ਬੰਦੇ ਨੂੰ ਪਾਵਰ ਦਿੰਦੇ ਆ, ਉਹ ਪਾਵਰ ਸਾਰੀ ਸੈਂਟਰਲਾਈਜ਼ ਹੁੰਦੀ ਆ, ਜਿਹੜੇ ਲੋਕ ਰਹਿਣ ਵਾਲੇ ਉਹਦੇ ਨਾਲ ਕੋਈ ਸੇ ਨਹੀਂ ਉਹਦੇ ਵਿੱਚ। ਸ਼ੋਰ, ਥੈਂਕ ਯੂ ਗੁਲਿੰਦਰ ਜੀ, ਬਹੁਤ ਮਿਹਰਬਾਨੀ। ਇਲੈਕਟਡ ਬੰਦਾ ਹੋਣਾ ਚਾਹੀਦਾ, ਕਿਉਂਕਿ ਜਿਹੜਾ ਨਾਨ ਇਲੈਕਟਡ ਬੰਦਾ ਵਾ ਉਹ ਪਾਵਰ ਜਿਹੜੀ ਆ ਕਿਤੇ ਹੋਰ ਡਰਾ ਕਰਦਾ ਵਾ, ਲੋਕਾਂ ਤੋਂ ਪਾਵਰ ਉਹ ਨਹੀਂ ਡਰਾ ਕਰਦਾ, ਇਸ ਕਰਕੇ ਇਲੈਕਟਡ ਬੰਦਾ ਹੀ ਚਾਂਸਲਰ ਹੋਣਾ ਚਾਹੀਦਾ। ਮੀਨਵਾਈਲ ਮਿਸਕੀ ਗੁਪਤਾ, ਜਸਵਿੰਦਰ ਚਾਹਲ, ਸਤਨਾਮ ਸਿੰਘ ਧਾਮੀ, ਅੰਮ੍ਰਿਤਪਾਲ ਸਿੰਘ ਔਲਖ ਦੇ ਕਮੈਂਟ ਵੀ ਤੁਸੀਂ ਦੇਖ ਸਕਦੇ ਜੇ। ਇੰਨਾ ਸਮਾਂ ਨਹੀਂ ਮੈਂ ਸਾਰੇ ਕਮੈਂਟਸ ਪੜ੍ਹ ਸਕਾਂ। ਇੰਟਰਸਟਿੰਗ ਕਮੈਂਟਸ ਨੇ, ਪੜ੍ਹਨ ਵਾਲੇ ਕਮੈਂਟਸ ਹੈ ਵੈਸੇ। ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਸੀ, 2 ਦਿਨਾਂ ਦਾ ਇਜਲਾਸ ਸੱਦਿਆ ਗਿਆ, ਉਹਦੇ 'ਚ 2-3 ਬਹੁਤ ਅਹਿਮ ਬਿੱਲ ਪਾਸ ਕੀਤੇ ਗਏ ਨੇ। ਇੱਕ ਬਿੱਲ ਸੀ ਗੁਰਬਾਣੀ ਦੇ ਪ੍ਰਸਾਰਣ ਉੱਪਰ, ਇਹਦੇ ਬਾਰੇ ਆਪਾਂ ਕੱਲ੍ਹ ਗੱਲਬਾਤ ਕੀਤੀ ਸੀ। ਦੂਸਰਾ ਬਿੱਲ ਸੀ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਬਾਰੇ। ਜੋ ਬਿੱਲ ਪਾਸ ਕੀਤਾ ਗਿਆ ਉਹਦੇ ਤਹਿਤ ਹੁਣ ਜਿਹੜਾ ਪੰਜਾਬ ਯੂਨੀਵਰਸਿਟੀਆਂ ਦਾ ਚਾਂਸਲਰ ਹੋਵੇਗਾ, ਚਾਂਸਲਰ ਜਿਹੜਾ ਵਾ ਉਹ VC ਵਾਈਸ ਚਾਂਸਲਰ ਦੀ ਨਿਯੁਕਤੀ ਕਰਦਾ ਵਾ। ਹੁਣ ਜਿਹੜਾ ਚਾਂਸਲਰ ਹੋਊਗਾ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ, ਕਰੀਬ 12 ਯੂਨੀਵਰਸਿਟੀਆਂ ਪੰਜਾਬ ਦੇ ਵਿੱਚ, ਉਹ ਰਾਜਪਾਲ ਨਹੀਂ ਮੁੱਖ ਮੰਤਰੀ ਹੋਵੇਗਾ। ਕੀ ਇਹ ਫੈਸਲਾ ਸਹੀ ਆ? ਇਹਦੇ ਉੱਪਰ ਅਸੀਂ ਗੱਲਬਾਤ ਕਰ ਰਹੇ ਹਾਂ। ਬਹੁਤ ਸਾਰੇ ਕਮੈਂਟ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਆ ਰਹੇ ਆ, ਉਹ ਵੀ ਇੱਕ ਇੱਕ ਕਰਕੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਰਜਿੰਦਰਜੀਤ ਸਿੰਘ ਸੀਰਾ, ਖਰੈਤੀ ਲਾਲ, ਪ੍ਰਗਟ ਬਲ, ਦਲਵੀਰ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਜਿਹੜੇ ਵੱਡੀਆਂ ਅਹੁਦੇ ਨੇ ਉਹਨਾਂ ਦੀਆਂ ਨਿਯੁਕਤੀਆਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਕਿ ਜਿਹੜਾ ਮੁੱਖ ਮੰਤਰੀ ਆ ਉਹ LLB ਹੋਵੇ, ਸਿਹਤ ਮੰਤਰੀ MBBS ਹੋਵੇ, ਸਿੱਖਿਆ ਮੰਤਰੀ ਮਾਸਟਰ ਹੋਵੇ, ਖੇਤੀਬਾੜੀ ਮੰਤਰੀ PAU ਤੋਂ ਹੋਵੇ, ਅਤੇ ਸ਼ਹਿਰੀ ਮੰਤਰੀ ਜਿਹੜਾ ਵਾ ਉਹ EO ਹੋਣ। EO ਅਤੇ ਐਗਜ਼ੈਕਟਿਵ ਆਫਿਸਰ ਤੇ ਬਹੁਤ ਵੱਡਾ ਅਹੁਦਾ ਨਹੀਂ ਗਾ। ਖੈਰ ਉਹਨਾਂ ਦਾ ਖਿਆਲ ਹੈ ਕਿ ਕੋਈ ਨਾ ਕੋਈ ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਆ ਉਸ ਮਹਿਕਮੇ ਬਾਰੇ ਜਿਹੜਾ ਉਹਨਾਂ ਨੇ ਹੈੱਡ ਕਰਨਾ ਵਾ। ਜਿਵੇਂ ਮੁੱਖ ਮੰਤਰੀ ਜਿਹੜਾ ਵਾ ਓਵਰਆਲ ਸਟੇਟ ਦਾ ਹੈੱਡ ਹੋਊਗਾ, ਔਰ ਉਹਨੂੰ ਕੋਈ ਨਾ ਕੋਈ ਲਾਅ ਦੀ, ਕਾਨੂੰਨ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਕਈ ਮੁਲਕਾਂ ਦੇ ਵਿੱਚ ਆਟੋਮੈਟਿਕਲੀ ਹੋ ਜਾਂਦਾ ਜੀ ਵੀ ਜਿਹੜਾ ਮੁੱਖ ਮੰਤਰੀ ਆ ਜਾਂ ਜਿਹੜਾ ਪ੍ਰਧਾਨ ਮੰਤਰੀ ਆ ਉਹ LLB ਆ, ਲੇਕਿਨ ਸਾਡੇ ਮੁਲਕ ਦੇ ਵਿੱਚ ਇਹੋ ਜਿਹਾ ਕੋਈ ਸਿਸਟਮ ਨਹੀਂ। ਸਾਡੇ ਤਾਂ ਇਹ ਵੀ ਸਿਸਟਮ ਹੈ ਨਹੀਂ ਗਾ ਕਿ MLA ਦੀ ਜਾਂ MP ਦੀ ਇਲੈਕਸ਼ਨ ਕੌਣ ਲੜ ਸਕਦਾ ਵਾ, ਉਹਦੀ ਕਿੰਨਾ ਪੜ੍ਹੇ ਲਿਖਿਆ ਹੋਣਾ ਚਾਹੀਦਾ, ਉਹਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ, ਸਿੱਖਿਅਕ ਉਹਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ। ਸੋ ਇਹ ਤੁਹਾਡਾ ਇੱਕ ਆਈਡੀਆ ਵਾ ਜਿਹੜਾ ਅਸੀਂ ਸ਼ੇਅਰ ਕਰਤਾ ਵਾ, ਪਰ ਇਹਨੂੰ ਲਾਗੂ ਕਰਨਾ ਕਾਫੀ ਮੁਸ਼ਕਿਲ ਆ। ਹਾਂ, ਇਸ ਵੇਲੇ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਉਹ ਡੈਫੀਨੇਟਲੀ ਡਾਕਟਰ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਡਾਕਟਰ ਬਲਬੀਰ ਸਿੰਘ ਚੰਗੀ ਗੱਲ ਹੈ, ਔਰ ਜਿੱਥੋਂ ਤੱਕ ਹੋ ਸਕੇ ਐਟਲੀਸਟ ਐਜੂਕੇਸ਼ਨ ਅਤੇ ਜਿਹੜਾ ਹੈਲਥ ਮਿਨਿਸਟਰ ਆ, ਸਿਹਤ ਔਰ ਸਿੱਖਿਆ ਦਾ ਮੰਤਰੀ ਆ, ਉਹ ਜ਼ਰੂਰ ਸਿੱਖਿਅਕ ਹੋਣਾ ਚਾਹੀਦਾ ਔਰ ਉਸ ਮਹਿਕਮੇ ਨਾਲ ਜੇ ਸੰਬੰਧਿਤ ਹੋਵੇ ਤਾਂ ਬਹੁਤ ਚੰਗੀ ਗੱਲ ਹੈ। ਮਿਹਰਬਾਨੀ ਮਿਸਕੀ ਗੁਪਤਾ ਜੀ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਚਾਂਸਲਰ ਜਿਹੜਾ ਵਾ ਉਹ ਸਿਰਫ ਇੱਕ ਫਿਗਰ ਹੈਡ ਹੁੰਦਾ, ਟਿਟੂਲਰ ਹੈਡ ਹੁੰਦਾ, ਸਿਰਫ ਉੱਤੇ ਉਹਦੀ ਕੋਈ ਇੰਟਰਫੇਰਿੰਗ ਪਾਵਰ ਹੁੰਦੀ ਨਹੀਂ ਕਿ ਦਖਲ ਨਹੀਂ ਦੇ ਸਕਦਾ। ਯੂਨੀਵਰਸਿਟੀਆਂ ਦਾ ਸਾਰੀ ਜਿਹੜੀ ਪਾਵਰ ਆ ਉਹ VC ਕੋਲ ਹੁੰਦੀ ਹੈ, ਸਹੀ ਗੱਲ ਆ, ਲੇਕਿਨ VC ਦੀ ਨਿਯੁਕਤੀ ਜਿਹੜਾ ਉਹ ਚਾਂਸਲਰ ਕਰਦਾ, ਔਰ ਇਹ ਬਹੁਤ ਅਹਿਮ ਹੋ ਜਾਂਦਾ ਵਾ, ਕਿਉਂਕਿ ਜਿਹੋ ਜਿਹਾ ਵਾਈਸ ਚਾਂਸਲਰ ਹੋਊਗਾ ਉਸ ਤਰ੍ਹਾਂ ਯੂਨੀਵਰਸਿਟੀ ਚੱਲੂਗੀ।
ਔਰ ਵਾਈਸ ਚਾਂਸਲਰ ਉਹੋ ਜਿਹਾ ਹੀ ਹੋਊਗਾ ਜਿਹਨੂੰ ਚਾਂਸਲਰ ਨਿਯੁਕਤ ਕਰਦੇ ਆ। ਸੋ ਇਹ ਡਾਇਰੈਕਟਲੀ ਸਾਰਾ ਕੁਝ ਇੰਟਰਲਿੰਕਡ ਆ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਔਲਖ ਦਾ ਕਮੈਂਟ ਆਇਆ ਵਾ, ਉਹ ਕਹਿ ਰਹੇ ਨੇ VC ਦੀ ਨਿਯੁਕਤੀ ਰਾਜਪਾਲ ਆਪਣੀ ਮਰਜ਼ੀ ਨਾਲ ਨਹੀਂ ਕਰਦਾ, ਸਗੋਂ ਸਰਕਾਰ ਵੱਲੋਂ ਭੇਜੇ ਪੈਨਲ 'ਚੋਂ ਹੀ ਕਰਦਾ ਹੈ। ਇਸ ਬਿੱਲ ਦੇ ਨਾਲ ਸਰਕਾਰ ਸਿਰਫ ਸਿਆਸੀ ਸਕੋਰ ਸੈੱਟ ਕਰਨ ਤੇ ਲੱਗੀ ਹੈ। ਇਸ ਨਾਲ ਪੰਜਾਬ ਦਾ ਫਾਈਨੈਂਸ਼ੀਅਲ ਤੇ ਹੋਰ ਕੀ ਫਾਇਦਾ ਹੋਵੇਗਾ, ਇਹ ਪੁੱਛ ਰਹੇ ਨੇ ਉਹ। ਸਰਕਾਰ ਸਿਰਫ ਹੋਰ ਮਸਲਿਆਂ ਤੋਂ ਪਬਲਿਕ ਦਾ ਧਿਆਨ ਹਟਾ ਰਹੀ ਹੈ। ਇਹ ਅੰਮ੍ਰਿਤਪਾਲ ਸਿੰਘ ਔਲਖ ਦਾ ਵਿਚਾਰ ਹੈ। ਇਹ ਸਹੀ ਆ ਕਿ VC ਦੀ ਨਿਯੁਕਤੀ ਰਾਜਪਾਲ ਆਪਣੀ ਮਰਜ਼ੀ ਨਾਲ ਨਹੀਂ ਕਰਦਾ, ਉਹ ਪੈਨਲ ਦੇ ਵਿੱਚੋਂ ਹੀ ਕਰਦਾ ਵਾ, ਲੇਕਿਨ ਉਹਦੇ ਤੇ ਵੀ ਵਿਵਾਦ ਹੋ ਜਾਂਦਾ। ਹੁਣ ਆ 2 ਨਿਯੁਕਤੀਆਂ ਹੋਈਆਂ ਵਾ ਪਿਛਲੇ ਹਫ਼ਤੇ ਦੇ ਵਿੱਚ। ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਲਾਏ ਗਏ ਨੇ ਡਾਕਟਰ ਰਾਜੀਵ ਸੂਦ। ਉਹ 5 ਨਾਂ ਦਾ ਪੈਨਲ ਸੀ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਚੁਣਿਆ ਗਿਆ ਵਾ। ਹੁਣ ਇਹਦੀ ਵੀ ਆਲੋਚਨਾ ਹੋ ਰਹੀ ਆ ਕਿ ਡਾਕਟਰ ਰਾਜੀਵ ਸੂਦ ਦਿੱਲੀ 'ਚ ਜ਼ਿਆਦਾ ਰਹੇ ਨੇ, ਔਰ ਜਿਹੜੇ ਬਾਕੀ 3 ਜਾਂ 4 ਸਨ ਜਿਨ੍ਹਾਂ ਨੂੰ ਨਹੀਂ ਲਾਇਆ ਗਿਆ ਉਹ ਪੰਜਾਬ ਦੇ ਹਸਪਤਾਲਾਂ ਦੇ ਵਿੱਚੋਂ ਸਨ। ਸੋ ਉਹਨਾਂ ਨੂੰ ਨਾਲ ਲਾ ਕੇ ਦਿੱਲੀ ਦੇ ਬੰਦੇ ਨੂੰ ਲਾਇਆ ਗਿਆ ਵਾ। ਇਹਦਾ ਮਤਲਬ ਆ ਕਿ ਦਿੱਲੀ ਜਾਂ ਬਾਹਰੋਂ ਬੰਦਾ ਇੱਕ ਲਾਤਾ ਤੁਸੀਂ, ਇਹ ਲੋਕਾਂ ਦਾ ਕਹਿਣਾ ਵਾ। ਦੂਸਰਾ ਜਿਹੜਾ ਵਾਈਸ ਚਾਂਸਲਰ ਲਾਇਆ ਗਿਆ ਵਾ ਉਹ ਹੈ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦਾ, ਉਹ ਡਾਕਟਰ ਸੁਸ਼ੀਲ ਮਿੱਤਲ ਨੂੰ ਲਾਇਆ ਗਿਆ ਵਾ। ਉਹ 3 ਬੰਦਿਆਂ ਦਾ ਪੈਨਲ ਭੇਜਿਆ ਗਿਆ ਸੀ, ਪੰਜਾਬ ਸਰਕਾਰ ਨੇ ਭੇਜਿਆ ਸੀ, 3 ਦੇ ਵਿੱਚੋਂ ਉਹਨੂੰ ਚੁਣਿਆ ਵਾ। ਔਰ ਆਲੋਚਨਾ ਉਹਨਾਂ ਦੀ ਹੋ ਰਹੀ ਹੈ ਵੀ ਉਹ RSS ਦੇ ਪੁਰਾਣੇ ਵਰਕਰ ਰਹੇ ਨੇ। ਵੈਸੇ RSS ਦਾ ਵਰਕਰ ਹੋਣਾ ਕੋਈ ਡਿਸਕੁਆਲੀਫਿਕੇਸ਼ਨ ਨਹੀਂ, ਪਰ ਸ਼ਾਇਦ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਗੱਲ ਨੂੰ ਪਤਾ ਲੋਕੀ ਪਸੰਦ ਨਹੀਂ ਕਰਦੇ। ਸੋ ਉਹਨਾਂ ਦਾ ਕਹਿਣਾ ਵਾ ਕਿ ਬਾਕੀ 2 ਕਿਉਂ ਨਹੀਂ ਚੁਣੇ ਗਏ। ਪਰ ਹੁਣ ਗੱਲ ਇੱਥੇ ਵੀ ਆ ਜਾਂਦੀ ਹੈ ਵੀ ਚਾਂਸਲਰ ਨੇ ਤਾਂ ਇੱਕੋ ਹੀ ਬੰਦਾ ਚੁਣਨਾ ਵਾ, ਜਿਹੜਾ ਵੀ ਬੰਦਾ ਚੁਣੋਗੇ ਉਹਦੀ ਕੋਈ ਨਾ ਕੋਈ ਆਲੋਚਨਾ ਹੋ ਜੂਗੀ। ਜੇ ਤੁਸੀਂ ਹੋਰ ਬੰਦਾ ਚੁਣ ਲੈਂਦੇ, ਉਹ ਕਹਿੰਦੇ ਜੀ ਡਾਕਟਰ ਸੁਸ਼ੀਲ ਮਿੱਤਲ ਸੀਨੀਅਰ ਸੀ ਉਹਦੇ ਤੋਂ, ਉਹਨੂੰ ਕਿਉਂ ਨਹੀਂ ਲਾਇਆ। ਸੋ ਇਹ ਮਸਲਾ ਜਿਹੜਾ ਵਾ ਇਹਦਾ ਵਿਵਾਦ ਤੇ ਕਈ ਵਾਰ ਹੋ ਹੀ ਜਾਂਦਾ, ਅਨਲੈਸ ਕੋਈ ਬਹੁਤ ਜਿਹੜਾ ਬੰਦਾ ਲਾਇਆ ਵਾ ਉਹਦੇ ਤੇ ਕੋਈ ਕਿੰਤੂ ਪਰੰਤੂ ਹੋਵੇ ਹੀ ਨਾ, ਉਹ ਬੰਦਾ ਹੀ ਇੰਨਾ ਪੜ੍ਹਿਆ ਲਿਖਿਆ ਹੋਵੇ ਜਾਂ ਬਾਕੀਆਂ ਤੋਂ ਹੈਡ ਐਂਡ ਸ਼ੋਲਡਰਸ ਉੱਤੇ ਹੋਵੇ, ਸ਼ਾਇਦ ਤਦ ਇਹੋ ਜੀ ਆਲੋਚਨਾ ਨਹੀਂ ਹੋਵੇਗੀ। ਅੰਮ੍ਰਿਤਪਾਲ ਔਲਖ ਤੋਂ ਬਾਅਦ ਰਜਿੰਦਰ ਸਿੰਘ ਸੀਰੀਆ ਦਾ ਕਮੈਂਟ ਆ ਕਿ ਅਮਰੀਕਨ ਯੂਨੀਵਰਸਿਟੀਆਂ ਦੇ ਵਿੱਚ ਕੋਈ ਚਾਂਸਲਰ ਹੁੰਦਾ ਹੀ ਨਹੀਂ, ਉੱਥੇ ਪ੍ਰੈਜ਼ੀਡੈਂਟ ਹੁੰਦਾ ਵਾ। ਉੱਥੇ ਚਾਂਸਲਰ ਜਿਹੜਾ ਵਾ ਉਹ ਵਾਕਈ ਉਹਨੂੰ ਪ੍ਰੈਜ਼ੀਡੈਂਟ ਕਹਿੰਦੇ। ਉੱਥੇ ਆਪਣੇ ਵਾਈਸ ਚਾਂਸਲਰ ਜਾਂ ਚਾਂਸਲਰ ਸਿਸਟਮ ਜਿਹੜਾ ਵਾ ਉਹ ਨਹੀਂ, ਉੱਥੇ ਪ੍ਰੈਜ਼ੀਡੈਂਟ ਆਫ ਦ ਯੂਨੀਵਰਸਿਟੀ ਕਹਿੰਦੇ ਆ, ਜਿਹੜਾ ਇੱਕ ਤਰੀਕੇ ਨਾਲ ਵਾਈਸ ਚਾਂਸਲਰ ਦੇ ਬਰਾਬਰ ਹੁੰਦਾ ਵਾ। ਇਹ ਸਹੀ ਗੱਲ ਹੈ। ਮੈਨੂੰ ਅਮਰੀਕਨ ਇੱਕ ਯੂਨੀਵਰਸਿਟੀ ਦੇ ਵਿੱਚ 6 ਮਹੀਨੇ ਇੱਕ ਫੈਲੋਸ਼ਿਪ ਦੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ, ਯੂਨੀਵਰਸਿਟੀ ਆਫ ਇਲੀਨੋਏ ਉਰਬਾਨਾ ਸ਼ੈਂਪੇਨ ਦੇ ਵਿੱਚ। ਔਰ ਮੈਨੂੰ ਯਾਦ ਆ ਉੱਥੇ ਜਿਹੜਾ ਵਾਈਸ ਚਾਂਸਲਰ ਸੀ ਉਹਨੂੰ ਪ੍ਰੈਜ਼ੀਡੈਂਟ ਆਫ ਦ ਯੂਨੀਵਰਸਿਟੀ ਕਹਿੰਦੇ ਸਨ। ਸੋ ਮਿਹਰਬਾਨੀ ਜੀ ਸੀਰੀਆ ਸਾਹਿਬ, ਜਿਹੜੀ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਹੈ। ਮੀਨਵਾਈਲ ਅਗਲੇ ਕਮੈਂਟ ਵੱਲ ਵੱਧਦੇ ਆ। ਮਨਜੀਤ ਸੁਰਖਾਂ ਦਾ ਕਮੈਂਟ ਆਇਆ ਕਿ ਆਮ ਆਦਮੀ ਪਾਰਟੀ ਵਾਲੇ ਧਨ ਨੇ ਕਹਿ ਰਹੇ ਨੇ ਚਾਂਸਲਰ ਪੰਜਾਬ ਦਾ ਹੋਣਾ ਚਾਹੀਦਾ ਵਾ, ਅਤੇ ਆਪ ਪੰਜਾਬ ਸਿੱਖਿਆ ਬੋਰਡ ਦੇ ਚੇਅਰਮੈਨ ਦਿੱਲੀ ਤੋਂ ਲਿਆ ਕੇ ਲਾ ਦਿੱਤੇ ਹਨ। ਬੜਾ ਇੰਟਰਸਟਿੰਗ ਪੁਆਇੰਟ ਮਨਜੀਤ ਸੁਰਖਾਂ ਨੇ ਦਿੱਤਾ ਵਾ ਕਿ ਤੁਸੀਂ ਜਦੋਂ ਹੋਰ ਕੋਈ ਨਿਯੁਕਤੀ ਕਰਦਾ ਉਹਦੀ ਆਲੋਚਨਾ ਕਰਦੇ, ਤੁਸੀਂ ਆਪ ਨਿਯੁਕਤੀ ਕਰਦੇ, ਤੁਸੀਂ ਵੀ ਬਾਹਰੋਂ ਬੰਦਾ ਲਾ ਦਿੰਦੇ, ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਤੁਸੀਂ ਲਾਇਆ ਵਾ। ਹੁਣ 2-3 ਕਾਲਰ ਜਿਹੜੇ ਜੁੜੇ ਹੋਏ ਨੇ ਉਹਨਾਂ ਦੀ ਆਪਾਂ ਕਾਲ ਸ਼ੇਅਰ ਕਰਦੇ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। हाँ जी संधू साहब सत श्री अकाल। सत श्री अकाल जी। मैं अवतार सिंह बोल हाँ रहा जी कंस साहब। तो जी कंस साहब जी। प्रॉब्लम ये है संधू साहब के राजपाल साहब और मान साहब ਦੇ ਵਿਚਕਾਰ ਡਿਫਰੈਂਸ ਜਿਹੜੇ ਨੇ ਇਟਸ ਅਨਫੋਰਚੂਨੇਟ, ਪਰ ਜ਼ਿੰਮੇਵਾਰੀ ਇਸ ਦੀ ਰਾਜਪਾਲ ਸਾਹਿਬ ਦੇ ਉੱਤੇ ਹੈ, ਬਿਕਾਜ਼ ਹੀ ਇਜ਼ ਨਾਟ ਐਕਟਿੰਗ ਲਾਈਕ ਕਨਸਟੀਟਿਊਸ਼ਨਲ ਹੈਡ। ਰਾਈਟ। He is becoming a representative of the BJP. Sure. He has forgotten the oath which he took. Right. To be neutral and go as per the constitutional provisions. ठीक है जी. He is just a constitutional head. ठीक है जी. This point has been clarified a long time ago when there was a difference of opinion between Pandit Jawaharlal Nehru and the then President of India at that time. Long ago. ये आज दी गल नहीं है. So it is very wrong on the part of the Rajpal to hold any bill which is sent to him on his concurrence. He is obliged to give his concurrence. It is just a constitutional responsibility. Sure. Unless there is something basically fundamentally wrong in the bill, then he can re-refer it back to say, please reconsider it. Sure जी.
ਮਿਹਰਬਾਨੀ। थैंक यू ਕਰਨਲ ਅਵਤਾਰ ਸਿੰਘ। ਰਾਜਪਾਲ ਆਪਣਾ ਨਿਰਪੱਖ ਹੋ ਕੇ ਉਹਨੂੰ ਆਪਣਾ ਕੰਮਕਾਰ ਕਰਨਾ ਚਾਹੀਦਾ, ਜਿਹੜਾ ਪੰਜਾਬ ਦੇ ਰਾਜਪਾਲ ਨਹੀਂ ਕਰ ਰਹੇ। ਇਹ ਕਰਨਲ ਅਵਤਾਰ ਸਿੰਘ ਦਾ ਵਿਚਾਰ ਆ। ਦਰਸ਼ਨ ਧਾਲੀਵਾਲ ਦਾ ਵਿਚਾਰ ਆਇਆ ਕਿ ਗਵਰਨਰ ਸਾਹਿਬ ਲੋੜ ਤੋਂ ਵੱਧ ਦਖਲਅੰਦਾਜ਼ੀ ਕਰ ਰਹੇ ਹਨ, ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੁੰਦਾ। ਇਹ ਦਰਸ਼ਨ ਧਾਲੀਵਾਲ ਹੁਣਾਂ ਦਾ ਕਮੈਂਟ ਹੈ। ਮਿਸਕੀ ਗੁਪਤਾ ਕਹਿੰਦੇ ਨੇ ਅੱਜ ਦੇ ਲੀਡਰ ਦੀ ਪੜ੍ਹਾਈ ਹੈ ਜਿੱਦਾਂ ਵੱਡਾ ਗੁੰਡਾ, ਜਿੰਨਾ ਵੱਡਾ ਗੁੰਡਾ ਉਨਾ ਹੀ ਵੱਡਾ ਲੀਡਰ। ਸਾਰੇ ਇਸ ਤਰ੍ਹਾਂ ਨਹੀਂ ਹੁੰਦਾ ਮਿਸਕੀ ਗੁਪਤਾ ਜੀ। ਬਾਬਾ ਜ਼ੀਰਾ ਵੀ ਸਾਡੇ ਨਾਲ ਜੁੜ ਗਏ ਨੇ, ਉਹ ਸਾਡੀ ਕੰਮ ਦੀ ਤਾਰੀਫ ਕਰ ਰਹੇ। ਮਿਹਰਬਾਨੀ ਜੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਗੱਲ ਇਹ ਆ ਵੀ ਪੰਜਾਬ ਦੇ ਵਿੱਚ ਇੱਕ ਅਹੁਦਾ ਅੱਗੇ ਹੈਗਾ ਜੀ। ਸੋਰੀ ਸਾਹਿਬ, ਇੱਕ ਮੈਂ ਕਿਹਾ ਇੱਕ ਅਹੁਦਾ ਅੱਗੇ ਹੈਗਾ ਜਿਹੜਾ ਕਿ ਰਾਜਨੀਤਿਕ ਹੈ ਤੇ ਉਹ ਠੀਕ ਠਾਕ ਉਹਦੇ ਨਾਲ ਪੰਜਾਬ ਦੀ ਦੁਨੀਆ ਹਰਾਸ ਹੁੰਦੀ ਆ। ਉਹ ਹੈਗਾ ਆਪਣੇ ਮਾਰਕੀਟ ਕਮੇਟੀ ਦਾ ਚੇਅਰਮੈਨ। ਓਕੇ। ਉਹ ਜਦੋਂ ਸਰਕਾਰ ਬਣਨ ਵਾਲੀ ਹੁੰਦੀ ਹੈ ਨਾ 6 ਮਹੀਨੇ ਪਹਿਲਾਂ, ਮਤਲਬ ਜਿਹੜੇ ਕਿ ਉਹਦੇ ਹੱਕਦਾਰ ਹੁੰਦੇ ਆ ਕੁੜਤੀਆਂ ਸਵਾ ਲੈਂਦੇ, ਨਵੀਆਂ ਵੀ ਐਤਕਾਂ ਸਾਡੀ ਸਰਕਾਰ ਬਣ ਜਾਂਦੀ ਤੇ ਮੈਂ ਚੇਅਰਮੈਨ ਲੱਗਣਾ ਜੀ, ਕਿਉਂਕਿ ਉਹ ਹਮੇਸ਼ਾ ਮਤਲਬ ਨੋਮੀਨੇਟ ਹੀ ਹੁੰਦੇ ਆ ਤੇ ਉਸੇ ਧਿਰ ਦੇ ਹੀ ਹੁੰਦੇ ਆ ਜਿਹੜੀ ਧਿਰ ਦੀ ਸਰਕਾਰ ਬਣਦੀ ਆ। ਤੇ ਜੇ ਇਹ ਅਹੁਦਾ ਤੁਸੀਂ ਮੁੱਖ ਮੰਤਰੀ ਨੂੰ ਦੇਤਾ ਤੇ ਫਿਰ ਹਰ 4.5 ਸਾਲਾਂ ਬਾਅਦ ਵੀਸੀ ਬਦਲਿਆ ਕਰਨਗੇ। ਇਸੇ ਤਰ੍ਹਾਂ ਹੀ ਨਾ ਲੋਕੀ ਮੁੱਠਾਂ ਦੇ ਵਿੱਚ ਥੁੱਕ ਲਿਆ ਕਰਨਗੇ ਵੀ ਸਾਡੀ ਸਰਕਾਰ ਆਉਣ ਵਾਲੀ ਆ ਤੇ ਸਾਡਾ ਵੀਸੀ ਲੱਗੇਗਾ। ਤੇ ਪੜ੍ਹਾਈ ਦਾ ਤੇ ਅੱਗੇ ਹੀ ਪੰਜਾਬ 'ਚ ਭੋਗ ਪੈ ਚੁੱਕਾ ਤੇ ਹੋਰ ਵੀ ਬੇੜਾ ਪੈ ਜਾਊਗਾ। ਬਹੁਤ ਵੈਲਿਡ ਪੁਆਇੰਟ ਰੇਜ਼ ਕੀਤਾ ਹਰਦੀਪ ਸਿੰਘ ਸੋਢੀ ਨੇ ਕਿ ਜਿਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਜਿਹੜੇ ਨੇ ਉਹ ਸਿਆਸੀ ਹੋ ਚੁੱਕੇ ਨੇ, ਇਸੇ ਤਰ੍ਹਾਂ ਹੀ ਜੇ ਮੁੱਖ ਮੰਤਰੀ ਨੂੰ ਤੁਸੀਂ ਚਾਂਸਲਰ ਬਣਾ ਦਿਓਗੇ ਤੇ ਵਾਈਸ ਚਾਂਸਲਰ ਵੀ ਇਸੇ ਤਰ੍ਹਾਂ ਇਹ ਪੋਸਟ ਜਿਹੜੀ ਹੈ ਇਹ ਬਿਲਕੁਲ ਸਿਆਸੀ ਪੋਸਟ ਬਣ ਜਾਏਗੀ। ਜੀ ਅੱਗੇ ਗੱਲ ਕਰ ਲਓ ਪੂਰੀ। ਮੇਰੀ ਕਾਲ ਨਾ ਕੱਟਿਓ ਜੀ। ਹੈਲੋ ਜੀ ਜੀ। ਹਾਂਜੀ, ਇਹ ਸਨ 72 ਦੀ ਗੱਲ ਆ ਜੀ। ਇੱਕ ਵਾਰ ਨਾ ਮਾਸਟਰ ਗੁਰਬੰਤਾ ਸਿੰਘ ਡਿਗਰੀ ਕਾਲਜ ਆ ਕਰਤਾਰਪੁਰ ਦੇ ਵਿੱਚ, ਜਲੰਧਰ ਜ਼ਿਲ੍ਹੇ 'ਚ ਜੀ। ਉੱਥੇ ਆ ਗਈ ਇੰਦਰਾ ਗਾਂਧੀ ਤੇ ਪ੍ਰਧਾਨ ਮੰਤਰੀ ਸੀ ਤੇ ਉਹਨੇ ਆਉਣਾ ਸੀ ਤੇ ਉੱਥੇ ਆਈ ਤੇ ਇੱਕ ਨਾ ਇੱਥੇ ਅਗਰਵਾਲ ਫਰਨੀਚਰ ਵਾਲੇ ਸੀ, ਉਹਨਾਂ ਨੇ ਮਾਸਟਰ ਗੁਰਬੰਤਾ ਸਿੰਘ ਕਾਲਜ ਵਾਲਿਆਂ ਨੇ ਨਾ ਠੇਕਾ ਦਿੱਤਾ ਵੀ ਸਟੇਜ ਤੁਸੀਂ ਬਣਾਉਣੀ ਆ। ਉਹਨਾਂ ਉੱਚੀ ਜੀ ਸਟੂਰੀਆਂ ਲਾ ਕੇ ਸਟੇਜ ਬਣਾਈ ਤੇ ਇੱਕ ਨਾ ਉਹਨਾਂ ਦਾ ਵਰਕਰ ਬੜਾ ਚਲਾਕ ਸੀ। ਉਹਨੇ ਨਾ ਕਿਸੇ ਤਰੀਕੇ ਉਦੋਂ ਇੰਨੀ ਵੈਸੇ ਕੈਮਰੇ ਕੁਮਰੇ ਵੀ ਨਹੀਂ ਲੱਗਦੇ, ਪਹੁੰਚਾਣ ਨਹੀਂ ਸੀ ਹੁੰਦੀ ਵੀ ਇੱਕ ਵਾਰ ਵੇਖ ਕੇ ਬੰਦਾ ਲੰਘਾ ਦਿੰਦੇ ਸੀ ਪੁਲਿਸ ਵਾਲੇ। ਤੇ ਉਹ ਬੰਦਾ ਨਾ ਕਿਸੇ ਤਰੀਕੇ ਉੱਤੇ ਜਿੱਥੇ ਉੱਚੀ ਸਟੇਜ 5-7 ਫੁੱਟ ਬਣਾਈ ਸੀ ਨਾ, ਉੱਤੇ ਕਿਤੇ ਜਾ ਕੇ ਤੇ ਇੱਧਰ ਮੇਜ਼ਾਂ ਮੂਜਾਂ ਦੇ ਹਰਾਲੇ ਲੁੱਕ ਗਿਆ ਤੇ ਤੌਲੀਆ ਇਹਨੇ ਇੱਕ ਨਵਾਂ ਚਿੱਟੇ ਰੰਗ ਦਾ ਲੈ ਲਿਆ। ਤੇ ਜਦੋਂ ਇੰਦਰਾ ਗਾਂਧੀ ਉੱਤੇ ਜਿਹੜੀ 5-6 ਪੌੜੀਆਂ ਰਹਿੰਦੀਆਂ ਸੀ ਤੇ ਭੱਜ ਕੇ ਅੱਗੇ ਆ ਗਿਆ ਤੇ ਉਹ ਤੁਰੀ ਜਾਏ ਤੇ ਅੱਗੇ ਪੌੜੀਆਂ ਦੇ ਉੱਤੇ ਨਾ ਕੱਪੜਾ ਮਾਰੀ ਜਾਵੇ। ਤੇ ਜਦੋਂ ਸਟੇਜ ਤੇ ਪਹੁੰਚ ਗਈ ਤੇ ਉਹਨੇ ਉਹਦੇ ਮੋਢੇ ਉੱਤੇ ਹੱਥ ਰੱਖਿਆ ਤੇ ਪ੍ਰੈਸ ਵਾਲਿਆਂ ਨੇ ਫੋਟੋ ਖਿੱਚ ਲਈ। ਤੇ ਉਹ ਬੰਦਾ ਨਾ ਮੁੜ ਕੇ ਜਿਹੜੇ ਥਾਣੇ 'ਚ ਜਿੱਥੇ ਕੰਮ ਹੋਣੀ ਉਹਨੇ ਉੱਥੇ DTO ਦਫ਼ਤਰ ਉੱਥੇ ਉਹ ਫੋਟੋ ਲੈਣੀ ਆ, ਵੇਖ ਲੈ ਇੰਦਰਾ ਗਾਂਧੀ ਨਾਲ ਫੋਟੋ ਹੈ, ਜਿਸ ਕੰਮ ਨਾ ਕੀਤਾ ਤੁੰਨ ਕੇ ਰੱਖ ਦਿਆਂਗੇ। ਉਹ 5-7 ਸਾਲ ਉਹਦੀ ਫੋਟੋ ਨੇ ਬਦਮਾਸ਼ੀ ਚੱਲਦੀ ਰਹੀ। ਤੇ ਇਸ ਤਰੀਕੇ ਜੇ ਇਦਾਂ ਦੇ ਚੇਅਰਮੈਨ VC ਬਣਨ ਲੱਗਣਗੇ ਨਾ ਵੀ ਉਹ ਮੁੱਖ ਮੰਤਰੀ ਨੇ ਲਾਏ ਤੇ ਉਹਨਾਂ ਨੇ ਕੰਮ ਪੇ ਉਹ ਮੋਢੇ ਤੇ ਤੌਲੀਆ ਰੱਖ ਕੇ ਕਰਿਆ ਕਰਨਾ। ਧੰਨਵਾਦ ਤੁਹਾਡਾ। ਥੈਂਕ ਯੂ ਮਿਹਰਬਾਨੀ। ਮੀਨਵਾਈਲ ਜਸ ਭਾਟੀ ਸਾਡੇ ਨਾਲ ਜੁੜ ਗਏ ਨੇ। ਉਹ ਕਹਿ ਰਹੇ ਨੇ ਆਦਰਸ਼ ਸਕੂਲਾਂ ਦੇ ਚੇਅਰਮੈਨ CM ਸਾਹਿਬ, ਆਦਰਸ਼ ਸਕੂਲਾਂ ਦੇ ਚੇਅਰਮੈਨ ਆ CM ਸਾਹਿਬ, ਪਰ ਇੱਕ ਦਿਨ ਇਹਨਾਂ ਸਕੂਲਾਂ ਦੀ ਸਾਰ ਲੈਣ ਨਹੀਂ ਆਏ। ਸਾਡੀਆਂ 4 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ। ਸੀਨੀਅਰ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ ਨੇ ਇਹ ਟਿੱਪਣੀ ਕੀਤੀ ਆ। ਬੜਾ ਇੰਟਰਸਟਿੰਗ ਕਮੈਂਟ ਆ ਕਿ ਜਿਹਦੇ ਤੁਸੀਂ ਚੇਅਰਮੈਨ ਜੇ ਉਹਨਾਂ ਦੀ ਤੁਸੀਂ ਸਾਰ ਨਹੀਂ ਲਈ। ਆਦਰਸ਼ ਸਕੂਲਾਂ ਦੇ ਚੇਅਰਮੈਨ ਨੇ CM ਔਰ ਉਹਨਾਂ ਨੂੰ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਬੜੀ ਇੰਟਰਸਟਿੰਗ ਪੁਆਇੰਟ ਆ। ਸ਼ਾਇਦ ਸਾਨੂੰ ਵੀ ਇਹਦੀ ਜਾਣਕਾਰੀ ਨਹੀਂ ਸੀ। ਔਰ ਜਸਵੀਰ ਸਿੰਘ ਗੁਲਾਟੀ ਜਿਹੜੇ ਪ੍ਰਧਾਨ ਨੇ ਇਹਨਾਂ ਦੇ, ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਵਾ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਐਵੇਂ ਕੋਈ ਝੂਠਾ ਹੀ ਕਮੈਂਟ ਕਿਸੇ ਨੇ ਪਾਤਾ ਵਾ। ਮੀਨਵਾਈਲ ਦਰਸ਼ਨ ਧਾਲੀਵਾਲ ਕਹਿ ਰਹੇ ਨੇ ਕੈਨੇਡਾ ਦੇ ਵਿੱਚ VC ਤੇ ਜਿਹੜਾ ਪ੍ਰੈਜ਼ੀਡੈਂਟ ਆ ਇਹ ਬੋਰਡ ਆਫ ਗਵਰਨਰਸ ਜਿਹੜਾ ਉਹ ਯੂਨੀਵਰਸਿਟੀ ਦਾ ਵਾ ਉਹ ਲਾਉਂਦੇ ਆ। ਮਿਸਕੀ ਗੁਪਤਾ ਦਾ ਇੱਕ ਕਮੈਂਟ ਆਇਆ ਵਾ ਕਿ ਇੱਕ ਵਾਈਸ ਚਾਂਸਲਰ ਨੇ ਇੱਕ ਯੂਨੀਵਰਸਿਟੀ ਦੇ ਲੋਕਾਂ ਤੋਂ ਫੰਡ ਇਕੱਠਾ ਕਰਕੇ ਯੂਨੀਵਰਸਿਟੀ ਨੂੰ ਵਧੀਆ ਬਣਾਇਆ। ਉਸ ਤਰ੍ਹਾਂ ਦਾ ਵਾਈਸ ਚਾਂਸਲਰ ਹੋਣਾ ਚਾਹੀਦਾ ਹੈ ਜੋ ਯੂਨੀਵਰਸਿਟੀਆਂ ਡੈਡੀਕੇਟਡ ਹੋਵੇ। ਮੇਰਾ ਖਿਆਲ ਹੈ ਸ਼ਾਇਦ ਮਿਸਕੀ ਗੁਪਤਾ ਡਾਕਟਰ ਸਵਰਨ ਸਿੰਘ, ਸਰਦਾਰ ਸਵਰਨ ਸਿੰਘ ਬੋਪਰਾ ਦੀ ਗੱਲ ਕਰ ਰਿਹਾ। ਰਿਟਾਇਰਡ IAS ਅਫਸਰ ਸਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹਨਾਂ ਨੂੰ ਵਾਈਸ ਚਾਂਸਲਰ ਲਾਇਆ ਸੀ। ਬਾਹਰੋਂ
NRIs ਤੋਂ ਪੈਸਾ ਇਕੱਠਾ ਕਰਕੇ ਉਹਨਾਂ ਨੇ ਇੱਕ ਰੂਰਲ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਸੀ ਤਲਵੰਡੀ ਸਾਬੋ ਦੇ ਵਿੱਚ। ਉਹਦੀ ਸ਼ਾਇਦ ਜ਼ਿਕਰ ਮਿਸਕੀ ਗੁਪਤਾ ਕਰ ਰਹੇ ਨੇ, ਅਨਲੈਸ ਕਿਸੇ ਹੋਰ ਦੀ ਗੱਲ ਕਰ ਰਹੇ ਹੁਣ। ਮੇਰੀ ਜਾਣਕਾਰੀ ਦੇ ਵਿੱਚ ਤੇ ਸਵਰਨ ਸਿੰਘ ਬੋਪਰਾ ਦਾ ਹੀ ਐਗਜ਼ਾਮਪਲ ਹੈ। ਉਹਨਾਂ ਨੇ ਇਹ ਜਿਹੜਾ ਉਹਨਾਂ ਦਾ ਇਹ ਕਦਮ ਸੀ, ਇੱਕ ਬਹੁਤ ਅੱਛਾ ਕਦਮ ਸੀ, ਇਹਦੀ ਬਹੁਤ ਸ਼ਲਾਘਾ ਹੁੰਦੀ ਰਹੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ। ਸੰਧੂ ਸਾਹਿਬ, ਸੀਐਮ ਸਾਹਿਬ ਨੂੰ ਬੜਾ ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਇਹਦਾ ਸੈਂਟਰ ਵੱਲੋਂ ਆਰਡੀਨੈਂਸ ਕਿਉਂਕਿ ਸਭ ਨੂੰ ਜਾਰੀ ਹੋਇਆ ਹੀ ਲਿਆਓ, ਠੀਕ ਹੈ ਨਾ ਜੀ। ਤੇ ਉਹਨਾਂ ਨੇ ਕਹਿ ਦੇਣਾ ਵੀ ਨਹੀਂ ਜੀ, ਸਾਰੀਆਂ ਆਲ ਇੰਡੀਆ ਯੂਨੀਵਰਸਿਟੀਆਂ ਦੇ ਚਾਂਸਲਰ ਮੋਦੀ ਸਾਹਿਬ ਹੋਣਗੇ। ਤੁਹਾਡੇ ਸਾਹਮਣੇ ਆ ਜਾਣਾ, ਅੱਜ ਆ ਜਾਵੇ, ਸ਼ਾਮ ਤੱਕ ਆ ਜਾਵੇ, ਸਵੇਰੇ ਆ ਜਾਵੇ, ਠੀਕ ਹੈ ਜੀ। ਇਹ ਬੜਾ ਖੁਸ਼ ਹੋ ਗਈ। ਸੁਪਰੀਮ ਕੋਰਟ ਤੋਂ ਵੀ ਪਾਵਰਾਂ ਮਿਲੀਆਂ ਸੀਗੀਆਂ ਦਿੱਲੀ ਗਵਰਨਮੈਂਟ ਨੂੰ, ਤੇ ਉਹ ਤੁਹਾਡੇ ਸਾਹਮਣੇ ਅਗਲੇ ਨੇ ਸ਼ਾਮ ਨੂੰ ਹੀ ਮਾਰੀਆਂ ਵੱਢ ਕੇ ਜੀ, ਠੀਕ ਹੈ। ਨਹੀਂ ਚੱਲਣ ਦੇਣਗੇ, ਜੋ ਮਰਜ਼ੀ ਕਰ ਲੈਣ, ਕਿਉਂਕਿ ਜਦ ਸਾਰੇ ਪੁੱਠੇ ਦਿਮਾਗ ਵਾਲੇ ਇਕੱਠੇ ਹੋਏ ਹੋਣ ਫਿਰ ਦੇਸ਼ ਨਹੀਂ ਚੱਲਦਾ, ਜਨਤਾ ਦੀ ਬਰਬਾਦੀ ਹੁੰਦੀ ਹੈ। ਥੈਂਕ ਯੂ ਸਰ। ਮਿਹਰਬਾਨੀ ਮਿਹਰਬਾਨੀ। ਪਹਿਲੀ ਦਿੱਕਤ ਇਹ ਜਿਹੜੇ ਬਿੱਲ ਪਾਸ ਹੋਏ ਆ ਉਹ ਹੈ ਗਵਰਨਰ ਨੇ ਇਹ ਬਿੱਲ ਅਪਰੂਵ ਕਰਨੇ ਕਿ ਨਹੀਂ ਕਰਨੇ, ਇਹ ਵੀ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ। ਮੈਂ ਜਿਵੇਂ ਹੁਣੇ ਦੱਸਿਆ 3 ਆਪਸ਼ਨਸ ਨੇ ਗਵਰਨਰ ਕੋਲ। ਬਿੱਲ ਨੂੰ ਵਾਪਸ ਵੀ ਭੇਜ ਸਕਦੇ ਆ, ਜੇ ਬਿੱਲ ਵਾਪਸ ਭੇਜਦੇ ਆ ਦੁਬਾਰਾ ਬਿੱਲ ਪਾਸ ਹੋ ਜਾਂਦਾ, ਫਿਰ ਗਵਰਨਰ ਨੂੰ ਉਹਨੂੰ ਮਾਨਤਾ ਦੇਣੀ ਪੈਂਦੀ ਆ। ਦੂਜਾ, ਉਹਨੂੰ ਆਪਣੇ ਕੋਲ ਰੱਖ ਸਕਦੇ ਅਣਮਿੱਥੇ ਸਮੇਂ ਵਾਸਤੇ, ਜਿੰਨੀ ਦੇਰ ਮਰਜ਼ੀ ਰੱਖ ਲਓ ਤੁਸੀਂ, ਉੱਤੇ ਕੋਈ ਪਾਬੰਦੀ ਨਹੀਂ। ਔਰ ਤੀਸਰੀ ਆਪਸ਼ਨ ਹੈ ਉਹ ਰਾਸ਼ਟਰਪਤੀ ਨੂੰ ਉਹ ਬਿੱਲ ਭੇਜ ਦਿੱਤਾ ਜਾਵੇ। ਉੱਥੇ ਵੀ ਕਈ ਵਾਰ ਅਣਮਿੱਥੇ ਸਮੇਂ ਲਈ ਪਿਆ ਰਹਿੰਦਾ ਵਾ, ਉਹ ਸਰਕਾਰ ਨੂੰ ਪੁੱਛ ਕੇ ਹੀ ਰਾਸ਼ਟਰਪਤੀ ਫੈਸਲਾ ਕਰਦਾ ਵਾ। ਸਰਕਾਰ ਦੀ ਜੋ ਮਨਸ਼ਾ ਹੋਊਗੀ ਉਸੇ ਤਰ੍ਹਾਂ ਹੀ ਉਹ ਬਿੱਲ ਪਾਸ ਹੋਵੇਗਾ। ਸੋ ਇੱਕ ਪਹਿਲੀ ਜਿਹੜੀ ਅੜਚਨ ਹੈ ਉਹ ਤਾਂ ਹੈ ਰਾਜਪਾਲ, ਉਹ ਬਿੱਲਾਂ ਨੂੰ ਮਨਜ਼ੂਰੀ ਦਿੰਦੇ ਕਿ ਨਹੀਂ। ਦੂਸਰਾ ਮਸਲਾ ਜਿਹੜਾ ਹੁਣੇ ਸ਼ੇਰਗਿਲ ਸਾਹਿਬ ਨੇ ਕਿਹਾ ਵਾ ਕਿ ਜੇ ਇਹ ਫੈਸਲਾ ਹੋ ਜਾਏ ਕਿ ਹੁਣ ਮੁੱਖ ਮੰਤਰੀ ਬਣਿਆ ਕਰਨਗੇ ਚਾਂਸਲਰ, ਤੇ ਕੱਲ੍ਹ ਨੂੰ ਕੇਂਦਰ ਵੀ ਕਹਿ ਸਕਦਾ ਵੀ ਪ੍ਰਧਾਨ ਮੰਤਰੀ ਬਣਿਆ ਕਰਨਗੇ ਚਾਂਸਲਰ। ਸੋ ਉੱਥੋਂ ਆਰਡੀਨੈਂਸ ਵੀ ਆ ਸਕਦਾ ਵਾ ਵੀ ਸਾਰੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਜਿਹੜੇ ਆ ਮੁਲਕ ਦੀਆਂ ਯੂਨੀਵਰਸਿਟੀਆਂ ਦੇ, ਉਹ ਪ੍ਰਧਾਨ ਮੰਤਰੀ ਹੀ ਹੋਣਗੇ। ਹਾਲਾਂਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਆ, ਮੇਰਾ ਨਹੀਂ ਖਿਆਲ ਕੋਈ ਬਹੁਤੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਪ੍ਰਧਾਨ ਮੰਤਰੀ ਨੇ। ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੇ ਜ਼ਰੂਰ ਹਨ, ਲੇਕਿਨ ਮੇਰਾ ਖਿਆਲ ਆ ਕਿ ਪ੍ਰਧਾਨ ਮੰਤਰੀ ਸ਼ਾਇਦ ਹੀ ਕਿਸੇ ਯੂਨੀਵਰਸਿਟੀ ਦੇ ਚਾਂਸਲਰ ਹੋਣ। ਮੈਂ ਆਈ ਸਟੈਂਡ ਕਰੈਕਟਡ ਜੇ ਕੋਈ ਇਹ ਮੇਰੀ ਜਾਣਕਾਰੀ ਗਲਤ ਹੋਵੇ। ਅਗਲੀ ਕਾਲ ਲੈਂਦੇ ਆ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹਾਂਜੀ ਸੰਧੂ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰਗਟਪਾਲ ਜੀ। ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਜੀ, ਸਾਡੇ ਪੰਜਾਬ ਵਾਲਿਆਂ ਦੀ ਬਦਕਿਸਮਤੀ ਹੈ, ਜਦੋਂ ਟਕਰਾਅ ਦੀ ਨੀਤੀ ਹੋਵੇ ਨਾ, ਲੱਭਣਾ ਚੋਂ ਕੁਝ ਨਹੀਂ ਗਾ, ਸਿਰਫ ਵੋਟਾਂ ਦੀ ਰਾਜਨੀਤੀ 24 ਵਾਲੀ। ਤੁਸੀਂ ਵੇਖੋ, ਜੇ ਸਾਡਾ ਅਜੇ ਤੇ ਅਸੀਂ ਇੱਥੋਂ ਹੀ ਨਿਕਲੇ ਨਹੀਂ ਵੀ ਜਾਤ ਪਾਤ ਹੋਣੀ ਚਾਹੀਦੀ ਹੈ ਜੀ, ਦਿੱਲੀ ਦਾ ਨਹੀਂ ਹੋਣਾ ਚਾਹੀਦਾ ਜੀ, ਪੰਜਾਬ ਦਾ ਹੋਣਾ ਚਾਹੀਦਾ। ਜੇ ਸਾਡਾ ਪੰਜਾਬੀ ਭਰਾ ਵਰਲਡ ਬੈਂਕ ਦਾ ਬਣਦਾ ਵਾ ਮੁਖੀਆ, ਤੇ ਕੀ ਫਿਰ ਇਹ ਤੇ ਫਿਰ ਅਸੀਂ ਉਹ ਕੁਝੇ ਜੇ ਪੈ ਕੇ ਹੀ ਰਹਿਣ ਵਾਲੀ ਗੱਲ ਹੈ ਸਾਡੀ ਸੋਚ। ਹੁਣ ਕੰਵਰ ਵਿਜੇ ਪ੍ਰਤਾਪ ਸਿੰਘ ਆ, ਉਹ ਬਿਹਾਰ ਚ ਪੈਦਾ ਹੋਇਆ, ਬਿਹਾਰ ਚ ਹੀ ਪੜ੍ਹਿਆ, ਤੇ ਅੰਮ੍ਰਿਤਸਰ ਉਹਦੀ ਨੌਕਰੀ ਪੰਜਾਬ ਚ। ਵੇਖਣੀ ਤੇ ਉਹਦੀ ਨੀਤ ਆ, ਉਹਦਾ ਕੰਮ ਆ ਕਿ ਉਹਦਾ ਚੰਮ ਵੇਖਣਾ ਵੀ ਕਿੱਥੋਂ ਪੈਦਾ ਹੋਇਆ ਜੀ। ਧੰਨਵਾਦ। ਮਿਹਰਬਾਨੀ। ਬੜਾ ਇੰਟਰਸਟਿੰਗ ਕਮੈਂਟ ਹੈ ਪ੍ਰਗਟਪਾਲ ਉਹਨਾਂ ਦਾ। ਆਪਾਂ ਕਹਿ ਦਿੰਦੇ ਜੀ ਵੀ ਇਹ ਬੰਦਾ ਜਿਹੜਾ ਵਾ ਤੁਸੀਂ ਦਿੱਲੀੋਂ ਵਾਈਸ ਚਾਂਸਲਰ ਆਤਾ, ਅਸੀਂ ਕਹਿ ਦਿੰਦੇ ਹਾਂ ਕਿ ਇਹ ਬੰਦਾ ਇਸ ਸੰਸਥਾ ਨਾਲ ਜੁੜਿਆ ਹੋਇਆ ਵਾ, ਅਗਲੇ ਦਾ ਕੰਮ ਵੇਖਣਾ ਚਾਹੀਦਾ ਵਾ। ਔਰ ਇੱਥੇ ਮੈਂ ਗੱਲ ਅੱਗੇ ਵੀ ਕਈ ਵਾਰ ਦੁਹਰਾਈ ਆ, ਬਹੁਤ ਵਧੀਆ ਕਮੈਂਟ ਮੈਨੂੰ ਯਾਦ ਆ, ਮੈਨੂੰ ਦੱਸਿਆ ਗਿਆ, ਉਦੋਂ ਤਾਂ ਮੈਂ ਬਹੁਤ ਛੋਟਾ ਸੀ ਜਦੋਂ ਚੰਡੀਗੜ੍ਹ ਦੀ ਸਥਾਪਨਾ ਹੋਈ ਆ। ਔਰ ਜਿਸ ਵੇਲੇ PGI ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਜਦੋਂ ਬਣਿਆ ਵਾ ਇੱਥੇ PGI, ਉਦੋਂ ਦੱਸਦੇ ਆ ਕਿ ਇਸ ਦਾ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ। ਔਰ ਪ੍ਰਤਾਪ ਸਿੰਘ ਕੈਰੋਂ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਬਹੁਤ ਨਜ਼ਦੀਕੀ ਵੀ ਸਨ। ਸੋ ਜੋ ਚਾਹੁੰਦੇ ਉਹ ਹੋ ਸਕਦਾ ਸੀ। ਔਰ ਉਸ ਵੇਲੇ ਕਈ ਲੋਕਾਂ ਨੇ ਉਹਨਾਂ ਨੂੰ ਕਿਹਾ ਜੀ ਵੀ ਅਸੀਂ PGI ਬਣਾਤਾ ਵਾ, ਇਹਦੇ 'ਚ ਡਾਕਟਰ ਜਿਹੜੇ ਭਰਤੀ ਕਰਨੇ ਆ ਉਹ ਪੰਜਾਬ ਦੇ ਤੇ ਸਿੱਖ ਡਾਕਟਰ ਭਰਤੀ ਕਰੋ। ਔਰ ਪ੍ਰਤਾਪ ਸਿੰਘ ਕੈਰੋਂ ਦਾ ਬਹੁਤ ਇੰਟਰਸਟਿੰਗ ਕਮੈਂਟ ਸੀਗਾ। ਉਹਨਾਂ ਕਿਹਾ ਜੀ ਮੈਂ ਚਾਹੁੰਦਾ ਵਾਂ ਕਿ ਇੱਥੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਵਧੀਆ ਇਲਾਜ ਹੋਵੇ, ਇਸ ਇਲਾਕੇ ਦੇ ਲੋਕਾਂ ਦਾ ਵਧੀਆ ਇਲਾਜ ਹੋਵੇ। ਉਦੋਂ ਪੰਜਾਬ ਬਹੁਤ ਵੱਡਾ ਹੁੰਦਾ ਸੀਗਾ, ਹਰਿਆਣਾ ਵੀ ਉਹਦੇ ਵਿੱਚ ਹੀ ਸ਼ਾਮਿਲ ਸੀਗਾ। ਸੋ ਮੈਂ ਇਹ ਨਹੀਂ ਚਾਹੁੰਦਾ ਵੀ ਇੱਥੇ ਸਿੱਖ ਡਾਕਟਰ ਹੋਵੇ, ਸਿੱਖਾਂ ਵਾਸਤੇ ਚੰਗਾ ਡਾਕਟਰ ਹੋਵੇ, ਦੁਨੀਆ ਦਾ ਕਿਤੋਂ ਦਾ ਡਾਕਟਰ ਹੋਵੇ, ਭਾਵੇਂ ਸਿਰਫ ਇੰਡੀਆ ਦਾ ਨਹੀਂ, ਦੁਨੀਆ ਦੇ ਹੋਰ ਕਿਸੇ ਥਾਂ ਦਾ ਵੀ ਡਾਕਟਰ ਹੋਵੇ, ਮੈਂ ਉਹਨੂੰ ਵੀ ਲਿਆਉਣ ਨੂੰ ਤਿਆਰ ਹਾਂ। ਸੋ ਬਹੁਤ ਵਧੀਆ ਕਮੈਂਟ ਸੀ। ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਸੀ, ਪਰ ਹੁਣ ਸ਼ਾਇਦ ਇਹ ਸਾਰੀ ਜਿਹੜੀ ਸੋਚ ਆ ਇਹ ਅਸੀਂ ਬਦਲਾ ਦਿੱਤੀ ਆ।
ਔਰ ਹੁਣ ਅਸੀਂ ਬਹੁਤ ਛੋਟੀ ਸੋਚ ਦੇ ਵਿੱਚ ਪੈ ਗਏ ਹਾਂ। ਬੜੀ ਅਫਸੋਸ ਦੀ ਗੱਲ ਹੈ। ਅੱਜ ਵਾਲਾ ਮਸਲਾ ਜਿਹੜਾ ਵਾ ਬਹੁਤ ਸੀਰੀਅਸ ਆ ਔਰ ਇਹਦੇ ਉੱਪਰ ਬਹੁਤ ਅੱਛੇ ਕਮੈਂਟਸ ਆਏ ਆ। ਇਨਫੈਕਟ ਜਿਹੜਾ ਪਹਿਲਾ ਕਮੈਂਟ ਸੀ ਬਹੁਤ ਵਧੀਆ ਸੀ, ਮੇਰੇ ਖਿਆਲ ਦਿਲਜੀਤ ਸੰਧੂ ਹੋਣਾ ਦਾ ਕਮੈਂਟ ਸੀਗਾ ਔਰ ਉਹਨੇ ਬਹੁਤ ਅੱਛੀ ਬੁਨਿਆਦ ਅੱਜ ਦੀ ਡਿਸਕਸ਼ਨ ਦੀ ਰੱਖੀ। ਉਹਨਾਂ ਦਾ ਵਿਚਾਰ ਸੀਗਾ ਕਿ ਇਹ ਐਵੇਂ ਹੀ ਰਾਜਪਾਲ ਤੇ ਮੁੱਖ ਮੰਤਰੀ ਲੜੀ ਜਾਂਦੇ ਆ ਵੀ ਚਾਂਸਲਰ ਰਾਜਪਾਲ ਹੋਵੇ ਜਾਂ ਮੁੱਖ ਮੰਤਰੀ ਹੋਵੇ। ਅਸਲ ਦੇ ਵਿੱਚ ਦੋਵਾਂ 'ਚੋਂ ਕਿਸੇ ਨੂੰ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੇ ਯੂਨੀਵਰਸਿਟੀਜ਼ ਨੇ ਇਹ ਉੱਚ ਸਿੱਖਿਆ ਦੇ ਅਦਾਰੇ ਨੇ ਔਰ ਯੂਨੀਵਰਸਿਟੀਆਂ ਦਾ ਜਿਹੜਾ ਵਾਈਸ ਚਾਂਸਲਰ ਜਿਹੜਾ ਯੂਨੀਵਰਸਿਟੀਆਂ ਨੂੰ ਚਲਾਉਂਦਾ ਵਾ ਉਹ ਬਹੁਤ ਵਧੀਆ ਪੜ੍ਹਿਆ ਲਿਖਿਆ ਇਨਸਾਨ ਹੋਣਾ ਚਾਹੀਦਾ ਵਾ, ਜਿਹੜਾ ਇੱਕ ਟੌਪ ਕਲਾਸ ਐਕੈਡੈਮਿਸ਼ੀਅਨ ਜਾਂ ਰਿਸਰਚਰ ਹੋਵੇ, ਜਿਹੜੀ ਦੁਨੀਆ ਦੇ ਵਿੱਚ ਜਾਂ ਉਸ ਇਲਾਕੇ ਦੇ ਵਿੱਚ ਪੂਰੀ ਮਾਨਤਾ ਹੋਵੇ, ਲੋਕੀ ਉਹਨੂੰ ਮੰਨਣ ਵੀ ਇਹ ਬਹੁਤ ਵਧੀਆ ਡਾਇਰੈਕਟਰ ਜਾਂ ਵਾਈਸ ਚਾਂਸਲਰ ਹੈ ਸਾਡੇ ਕੋਲ। ਜਿਵੇਂ ਮੈਨੂੰ ਯਾਦ ਹੈ ਜਿਹੜੇ ਡਾਕਟਰ ਸੰਤੋਖ ਸਿੰਘ ਵਰਗੇ, ਡਾਕਟਰ PN ਚੁਟਾਨੀ ਵਰਗੇ, ਡਾਕਟਰ BNS ਵਾਲੀਆ ਵਰਗੇ, ਡਾਕਟਰ BK ਸ਼ਰਮਾ ਵਰਗੇ ਡਾਇਰੈਕਟਰ, ਡਾਕਟਰ ਅਮੋਦ ਗੁਪਤਾ ਵਰਗੇ ਡਾਕਟਰ ਜਿਹੜੇ ਨੇ ਉਹ PGI ਦੇ ਡਾਇਰੈਕਟਰ ਰਹੇ ਨੇ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਜਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇਹ ਵੀ ਬਹੁਤ ਅੱਛੇ ਪੜ੍ਹੇ ਲਿਖੇ ਬੰਦੇ ਹੋਣੇ ਚਾਹੀਦੇ ਆ। ਉਹ ਤਦ ਹੀ ਹੋਣਗੇ ਜੇ ਚਾਂਸਲਰ ਪੜ੍ਹਿਆ ਲਿਖਿਆ ਹੋਵੇ। ਸੋ ਮੁੱਖ ਮੰਤਰੀ ਤੇ ਰਾਜਪਾਲ ਦੋਵੇਂ ਨਹੀਂ, ਪੜ੍ਹਿਆ ਲਿਖਿਆ ਚਾਂਸਲਰ ਜਿਹੜਾ ਵਾ ਉਹ ਨਿਯੁਕਤ ਹੋਣਾ ਚਾਹੀਦਾ ਵਾ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿਸਕੀ ਗੁਪਤਾ ਜੀ ਮਿਸਕੀ। ਸੰਧੂ ਸਾਹਿਬ ਡਾਕਟਰ ਅਨਿਲ ਬੰਸਾਲੀ ਦਾ ਨਾਮ ਲੈਣਾ ਭੁੱਲ ਗਏ ਜੀ। ਬਹੁਤ ਡਾਕਟਰ ਟੌਪ ਦੇ ਡਾਕਟਰ ਨੇ PGI ਚ ਰਿਟਾਇਰ ਹੋ ਗਏ। ਡਾਕਟਰ ਅਨਿਲ ਬੰਸਾਲੀ, ਡਾਕਟਰ ਅਨਿਲ ਬੰਸਾਲੀ। ਅੱਛਾ, ਉਹ ਵੀ ਡਾਇਰੈਕਟਰ ਹੈ PGI ਦੇ? ਇਹ ਡਾਇਰੈਕਟਰ ਹੀ ਰਹਿ ਜੀ। ਉਹਨਾਂ ਨੇ ਨਾ ਅੱਜ ਦੀ ਜਿਹੜੀ ਸਭ ਤੋਂ ਵੱਡੀ ਬਿਮਾਰੀ ਹੈ ਡਾਇਬਟੀਜ਼ ਦੀ, ਉਹ ਤਾਂ ਇੱਕ ਟੀਕੇ ਦੀ ਖੋਜ ਕੀਤੀ ਹੈ। ਨਹੀਂ, ਇਸ ਤਰ੍ਹਾਂ ਦੇ ਬਹੁਤ ਅੱਛੇ ਡਾਕਟਰ ਉੱਥੇ ਰਹੇ। ਮੈਂ ਸਿਰਫ ਡਾਇਰੈਕਟਰਸ ਦੀ ਗੱਲ ਕਰ ਰਿਹਾ ਸੀ। ਡਾਇਰੈਕਟਰ ਹੋਰ ਵੀ ਰਹੇ ਨੇ, ਮੈਂ ਸਾਰਿਆਂ ਦੇ ਨਾਂ ਗਿਣਾ ਨਹੀਂ ਸਕਿਆ। ਡਾਕਟਰ ਹੋਰ ਵੀ ਬਹੁਤ ਅੱਛੇ ਡਾਇਰੈਕਟਰ ਰਹੇ PGI ਦੇ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਬੜੇ ਵੱਡੇ ਚੰਗੇ ਚਾਂਸਲਰ ਔਰ ਵਾਈਸ ਚਾਂਸਲਰ ਰਹੇ, ਇਹ 'ਚ ਕੋਈ ਸ਼ੱਕ ਨਹੀਂ ਜੀ। ਸੰਧੂ ਸਾਹਿਬ ਜਿੱਥੋਂ ਦੇ ਵਾਈਸ ਚਾਂਸਲਰ ਵਧੀਆ ਹੋਣਗੇ ਜੀ, ਜਿੱਥੇ ਦੇ ਯੂਨੀਵਰਸਿਟੀਆਂ ਰਾਜਨੀਤੀ ਤੋਂ ਪਰੇ ਹੋਣਗੀਆਂ। ਦੇਖੋ ਜਿਹੜੀ ਆਪਣੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਜਿਹਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ, ਉੱਥੋਂ ਸਿਰਫ ਰਾਜਨੀਤੀ ਦੇ ਕਾਰਨ, ਰਾਜਨੀਤੀ ਨੂੰ ਖੇਡਣ ਲਈ ਸਾਰੀਆਂ ਪਾਰਟੀਆਂ A to Z ਇਹਦੀਆਂ ਯੂਨੀਵਰਸਿਟੀਆਂ ਨੇ। ਦੇਖੋ ਸਟੂਡੈਂਟ ਪੋਲਿਟਿਕਸ ਹੋਵੇ ਜੀ, ਬਿਲਕੁਲ ਹੋਣੀ ਚਾਹੀਦੀ ਹੈ ਸਟੂਡੈਂਟ ਪੋਲਿਟਿਕਸ। ਤਾਂ ਹੀ ਸਟੂਡੈਂਟ ਪੋਲਿਟਿਕਸ ਹੋਗੀ ਤਾਂ ਵਧੀਆ ਪੋਲੀਟੀਸ਼ੀਅਨ ਸਾਨੂੰ ਮਿਲਣਗੇ ਜੀ ਉੱਥੋਂ। ਤੇ ਜਿਹੜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਹ ਵਧੀਆ ਹੋਣਗੇ ਤਾਂ ਉੱਥੋਂ ਦੇ ਜਿਹੜੇ ਸਟੂਡੈਂਟ ਹੋਣਗੇ ਉਹ ਲਾਜਵਾਬ ਨਿਕਲਣਗੇ। ਸ਼ੋਰ, ਥੈਂਕ ਯੂ। ਮੇਰੇ ਕੋਲ ਉਦਾਹਰਨ ਹੈ ਜੀ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ, ਤੇ ਉੱਥੇ ਇੱਕ ਜੈਨ ਮੁਨੀ ਸੀ ਕ੍ਰਾਂਤੀ ਮੁਨੀ ਜੀ ਮਹਾਰਾਜ, ਤੇ ਮਹੰਤ ਬਾਬੂ ਰਾਮ, ਇੱਕ ਹਿੰਦੂ, ਇੱਕ ਜੈਨੀ, ਇੱਕ ਸਿੱਖ ਜੀ। ਤਿੰਨਾਂ ਦਾ ਇਹੋ ਜਿਹਾ ਕੰਬੀਨੇਸ਼ਨ ਸੀਗਾ ਜੀ ਉੱਥੇ। ਜਦੋਂ ਉਹ ਲੌਂਗੋਵਾਲ ਤਿੰਨੇ ਹੁੰਦੇ, ਜੇ ਇਕੱਠੇ ਨਾ ਮਿਲਦੇ ਤਾਂ ਉਹ ਇੱਕ ਦੂਜੇ ਨੂੰ ਮਿਲੇ ਬਿਨਾਂ ਰਹਿ ਨਹੀਂ ਸਕਦੇ ਸੀ। ਉਹਨਾਂ ਨੇ ਸਾਨੂੰ ਬਹੁਤ ਫਲਾਈਟ ਲੈ ਕੇ ਦਿੱਤਾ ਜੀ, ਜਵਾਹਰ ਨਵੋਦਿਆ ਵਿਦਿਆਲਿਆ ਲੈ ਕੇ ਦਿੱਤਾ ਜੀ, ਉੱਥੇ ਸਾਨੂੰ ਨਹਿਰੀ ਪਾਣੀ ਲੈ ਕੇ ਦਿੱਤਾ ਜੀ ਉਹਨਾਂ ਨੇ। ਉਹ ਇੰਨੀਆਂ ਕੁ ਲੈਣਾ ਸਾਨੂੰ ਲੈ ਕੇ ਦੇ ਕੇ ਗਏ ਜੀ ਵੀ ਜਿਹੜਾ ਸਾਡੇ ਪਿੰਡ ਨੂੰ ਖੁਸ਼ਹਾਲ ਬਣਾਇਆ। ਜੋ ਅੱਛਾ ਹੋਊਗਾ ਉਹ ਅੱਛਾ ਹੀ ਰਹੂਗਾ। ਮਿਹਰਬਾਨੀ, ਥੈਂਕ ਯੂ ਮਿਸਕੀ ਗੁਪਤਾ ਜੀ। ਲਾਇਕ ਬੰਦਾ ਜੇ ਲਾਇਆ ਜਾਊਗਾ ਉੱਚੇ ਅਹੁਦਿਆਂ ਤੇ ਉਹ ਚੰਗੇ ਕੰਮ ਜ਼ਰੂਰ ਕਰੂਗਾ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਸਿਆਸਤ ਯੂਨੀਵਰਸਿਟੀਆਂ ਦੇ ਵਿੱਚ ਵੜ ਰਹੀ ਆ, ਭਾਵੇਂ ਉਹ ਰਾਜਪਾਲ ਦੇ ਥਰੂ ਜਾਂ ਮੁੱਖ ਮੰਤਰੀ ਦੇ ਥਰੂ, ਇਹਨੂੰ ਦੂਰ ਕੀਤਾ ਜਾਵੇ। ਮੇਰਾ ਆਪਣਾ ਮੰਨਣਾ ਵਾ ਕਿ ਰਾਜਪਾਲ ਜਿਹੜਾ ਵਾ ਉਹ ਬਿਹਤਰ ਹੁੰਦਾ ਵਾ ਜਦੋਂ ਉਹ ਚਾਂਸਲਰ ਹੋਵੇ, ਕਿਉਂਕਿ ਉਹਦੇ ਨਾਲ ਫਿਰ ਸਿਆਸਤ ਨਹੀਂ ਆਉਂਦੀ। ਨਹੀਂ ਤਾਂ ਹੋਊਗਾ ਕਿ ਜਦੋਂ ਮੁੱਖ ਮੰਤਰੀ ਬਦਲੂਗਾ ਵਾਈਸ ਚਾਂਸਲਰ ਵੀ ਬਦਲ ਜਾਣਗੇ। ਸੋ ਮੇਰਾ ਆਪਣੇ ਕੋਲ ਐਗਜ਼ਾਮਪਲ ਆ, ਮੈਂ PPS ਨਾਭੇ ਦਾ ਪੜ੍ਹਿਆ, ਮੈਂ ਬੋਰਡ ਆਫ ਗਵਰਨਰਸ ਦੇ ਵਿੱਚ ਦਾ ਮੈਂਬਰ ਵੀ ਰਿਹਾ ਵਾਂ। PPS ਦਾ ਬੋਰਡ ਆਫ ਗਵਰਨਰਸ ਦਾ ਜਿਹੜਾ ਚੇਅਰਪਰਸਨ ਹੈ ਉਹ ਗਵਰਨਰ ਨੇ ਔਰ ਬਹੁਤ ਵਧੀਆ ਸਕੂਲ ਚੱਲ ਰਿਹਾ, ਬਹੁਤ ਵਧੀਆ ਬੋਰਡ ਚੱਲ ਰਿਹਾ। ਲੇਕਿਨ ਉੱਧਰ ਅਨੰਦਪੁਰ ਸਾਹਿਬ ਅਕੈਡਮੀ ਜਿਹੜੀ ਆ ਉਹਦਾ ਜਿਹੜਾ ਚੇਅਰਮੈਨ ਆ ਉਹ ਮੁੱਖ ਮੰਤਰੀ ਆ ਔਰ ਤੁਸੀਂ ਵੇਖ ਲਓ ਉਸ ਅਕੈਡਮੀ ਦਾ ਕੀ ਹਾਲ ਰਿਹਾ ਵਾ। ਹੁਣ ਪਤਾ ਨਹੀਂ ਇਸ ਵੇਲੇ ਕੀ ਹਾਲ ਹੈ। ਸੋ ਬਿਹਤਰ ਹੋਵੇ ਜੇ ਗਵਰਨਰ, ਪਰ ਫਿਰ ਗਵਰਨਰ ਨੂੰ ਵੀ ਇੱਕ ਨਿਰਪੱਖ ਤਰੀਕੇ ਨਾਲ ਕੰਮ ਕਰਨਾ ਪਊ। ਅਨਫੋਰਚੂਨੇਟਲੀ ਇਹ ਵੀ ਦੇਖਿਆ ਗਿਆ ਕਿ ਗਵਰਨਰ ਜਿਹੜੇ ਨੇ ਉਹ ਵੀ ਸਿਆਸਤ ਨਾਲ ਪ੍ਰੇਰਿਤ ਨੇ ਔਰ ਉਹ ਵੀ ਸਿਆਸਤ ਵਾੜਨਾ ਚਾਹੁੰਦੇ ਆਪਣੇ ਕੰਮਕਾਰ ਦੇ ਵਿੱਚ। ਸੋ ਬੜਾ ਗੰਭੀਰ ਮਸਲਾ ਵਾ, ਇਹਦੇ 'ਤੇ ਫਿਰ ਵੀ ਕਿਸੇ ਦਿਨ ਵਿਚਾਰ ਚਰਚਾ ਜ਼ਰੂਰ ਕਰਾਂਗੇ, ਪਰ ਅੱਜ ਵਾਸਤੇ ਇੰਨਾ ਹੀ। ਮੈਨੂੰ ਦਿਓ ਹੁਣ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।